ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਸਹਿਯੋਗ ਕੀਤਾ ਪ੍ਰਾਈਮ ਪ੍ਰਾਪਰਟੀਜ਼ ਐਂਡ ਰੀਅਲ ਸਟੇਟ, ਏਅਰਪੋਰਟ ਰੋਡ, ਐਰੋ ਸਿਟੀ, ਮੋਹਾਲੀ ਵੱਲੋਂ। ਤੁਸੀਂ ਜੇਕਰ ਕਿਸੇ ਤਰ੍ਹਾਂ ਦਾ ਕਮਰਸ਼ੀਅਲ, ਰੈਜ਼ੀਡੈਂਸ਼ੀਅਲ, ਇੰਡਸਟਰੀਅਲ ਪਲਾਟ ਲੈਣਾ ਚਾਹੁੰਦੇ ਨੇ, ਸ਼ੋਰੂਮ ਲੈਣਾ ਚਾਹੁੰਦੇ ਹੋ, ਬਹੁਤ ਵਧੀਆ ਰੈਂਟਲ ਇਨਕਮ ਲੈਣਾ ਚਾਹੁੰਦੇ ਹੋ, ਜਾਂ ਗਰੰਟਡ ਇਨਕਮ ਲੈਣਾ ਚਾਹੁੰਦੇ ਹੋ, ਜਾਂ ਰੀਸੇਲ ਵਾਸਤੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਤਾਂ ਸੰਪਰਕ ਕਰ ਸਕਦੇ ਹੋ 8936000000 893 600 0000 ਜਾਂ 9855540009 ਤੇ 98555 40009 ਦੇ ਉੱਤੇ ਸੰਪਰਕ ਕਰ ਸਕਦੇ ਹੋ। ਖਬਰਾਂ ਨੂੰ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਚੁੱਕੇ ਨੇ। ਉਹਨਾਂ ਦੇ ਨਾਲ ਅੱਗੇ ਚੱਲਣ ਤੋਂ ਪਹਿਲਾਂ ਕੁਛ ਵਪਾਰਕ ਸੰਦੇਸ਼ ਜਿਹੜੇ ਨੇ ਉਹ ਲੈ ਲਈਏ ਅਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਾਂਗੇ। ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰੀਜਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ। ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 5196220660 QTL, because we care. Quick Truck Lube। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-797-2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care।
JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ Freightline ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਪੰਜਾਬ ਦੀ ਜਿਹੜੀ ਸਰਕਾਰ ਹੈ, ਕੈਪਟਨ ਸਰਕਾਰ, 2017 ਤੋਂ 2022 ਵਾਲੀ, ਇਹਦਾ ਅਖੀਰਲਾ ਬਜਟ ਸੈਸ਼ਨ ਪੇਸ਼ ਹੋ ਚੁੱਕਿਆ। ਮਨਪ੍ਰੀਤ ਵੱਲੋਂ ਖੋਲ੍ਹਿਆ ਪਿਟਾਰਾ ਜਿਹੜਾ, ਉਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਇਹ ਸੁਗਾਤਾਂ ਦਾ ਜਾਂ ਕੀ ਹੈ? ਦੇਖੋ ਦਾਨੇਲੀਆ ਸਾਹਿਬ, ਜਦੋਂ ਆਪਾਂ ਪੰਜਾਬ ਦੇ ਬਜਟ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਥੋੜ੍ਹਾ ਜਿਹਾ ਅਤੀਤ 'ਚ ਜਾਣਾ ਪੈਣਾ ਜੀ। ਅੱਜ ਮਨਪ੍ਰੀਤ ਬਾਦਲ ਦੇ ਉੱਤੇ ਉਹਦੇ ਵੱਡੇ ਭਰਾ ਨੇ ਕਟਾਕਸ਼ ਵੀ ਕੱਸਿਆ ਕਿ ਪੰਜਾਬ ਦੇ ਖਜ਼ਾਨੇ ਦਾ ਪੱਠਾ ਮਨਪ੍ਰੀਤ ਨੇ ਬਿਠਾਇਆ ਜੀ। ਜੇ ਆਪਾਂ ਉਹਨਾਂ ਦੀ ਗੱਲ ਮੰਨ ਲਈਏ ਫਿਰ ਇਹ ਸਵਾਲ ਖੜਾ ਹੁੰਦਾ ਹੈ ਕਿ ਮਨਪ੍ਰੀਤ ਬਾਦਲ ਨੂੰ 2 ਟਰਮਾਂ 'ਚ ਤੁਸੀਂ ਵਿੱਤ ਮੰਤਰੀ ਕਿਉਂ ਬਣਾਇਆ? ਬਿਲਕੁਲ ਸਿਆਣੀ ਗੱਲ ਹੈ ਤੁਹਾਡੀ। ਜੇ 2007 ਤੋਂ ਲੈ ਕੇ 2014 ਤੱਕ ਤੁਸੀਂ ਉਹਨੂੰ ਰੱਖਿਆ ਹੈ, 12 ਤੱਕ ਤੁਸੀਂ ਵਿੱਤ ਮੰਤਰੀ ਬਣਾਇਆ ਸੀ, ਉਹ ਲਹਿਦੀ ਗੱਲ ਹੈ, ਵਿਚਾਲੇ ਉਹ ਛੱਡ ਗਿਆ। ਉਹ ਤਾਂ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਤੁਹਾਨੂੰ ਛੱਡ ਗਿਆ ਸੀ, ਪਰ ਤੁਸੀਂ ਬਣਾਇਆ ਤਾਂ ਉਹਨੂੰ ਹੈ ਸੀ ਨਾ ਜੀ। ਜੇ ਤੁਹਾਨੂੰ ਇਹ ਲੱਗਦੀ ਸੀ ਕਿ ਉਹ ਬੰਦਾ ਗੜਬੜ ਕਰਦਾ ਤਾਂ ਫਿਰ ਤੁਸੀਂ ਉਹਨੂੰ ਪਹਿਲਾਂ ਕਿਉਂ ਨਾ ਹਟਾਤਾ ਜੀ? ਉਹ ਤਾਂ ਜਦੋਂ ਨੇ ਆਪਣੇ ਆਪ ਰਿਜ਼ਾਈਨ ਕੀਤਾ ਉਸ ਵੇਲੇ ਬਾਹਰ ਗਿਆ ਤੇ ਉਹਨੇ ਪੀਪਲ ਪਾਰਟੀ ਆਫ ਪੰਜਾਬ ਬਣਾਈ ਹੈ। ਪਰ ਜਦੋਂ ਕੈਪਟਨ ਦੀ ਇਸ ਸਰਕਾਰ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਬਣਦਾ ਹੈ ਵਿੱਤ ਮੰਤਰੀ ਜੀ, ਉਦੋਂ ਉਹਨੇ ਇੱਕ ਗੱਲ ਕਹੀ ਸੀਗੀ ਸਾਰੇ MLA ਨੂੰ, ਸਾਰੇ ਵਜ਼ੀਰਾਂ ਨੂੰ। ਵਿੱਤ ਮੰਤਰੀ ਬਣਨ ਤੋਂ ਬਾਅਦ ਜਦੋਂ ਉਹਨੇ ਲੇਖਾ ਜੋਖਾ ਦੇਖਿਆ ਵੀ 3 ਸਾਲਾਂ ਵਾਸਤੇ ਮੈਥੋਂ ਕੋਈ ਰੁਪਈਆ ਨਾ ਮੰਗਿਓ ਜੀ, ਤੇ ਮੈਂ ਜਿਹੜਾ ਚੌਥਾ ਬਜਟ ਪੇਸ਼ ਕਰੂੰਗਾ ਉਹ ਘਾਟੇ ਵਾਲਾ ਬਜਟ ਨਹੀਂ ਹੋਊਗਾ ਜੀ, ਮੁਨਾਫੇ ਵਾਲਾ ਹੋਊਗਾ, ਤੇ ਮੈਨੂੰ ਕੋਈ ਪ੍ਰਬੰਧ ਕਰ ਲੈਣ ਦਿਓ। ਲੋਕਾਂ ਨੇ ਮੰਨ ਲਈ ਗੱਲ ਜੀ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਜਦੋਂ ਅਸੀਂ ਚੋਣ ਲੜਦੇ ਹੁੰਦੇ ਹਾਂ, ਚੋਣ ਲੜਨ ਵੇਲੇ ਸਾਡੇ ਵਾਅਦੇ ਹੈ ਨਾ ਜਿਹੜੇ ਅਸੀਂ ਐਨ ਨਾਲ ਦੀ ਨਾਲ ਹਰ ਇੱਕ ਨੂੰ ਬਾਗੋ ਬਾਗ ਤੱਕ, ਉਹ ਤਾਂ ਐਂ ਲੱਗਦਾ ਵੀ ਆਹ ਵੀ ਕਰ ਦਿਆਂਗੇ, ਆਹ ਵੀ ਕਰ ਦਿਆਂਗੇ। ਤੁਹਾਡੇ ਵੀ ਯਾਦ ਆ, ਮੇਰੇ ਵੀ ਯਾਦ ਆ, ਆਪਾਂ ਉਸ ਜਲਸੇ ਦੇ ਵਿੱਚ ਸੀ ਜਿਸ ਜਲਸੇ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕੀਤਾ ਸੀ ਬਠਿੰਡੇ ਹਾਂਜੀ, ਮਨਪ੍ਰੀਤ ਬਾਦਲ ਦੇ ਹੱਕ ਵਿੱਚ। ਤੇ ਕੈਪਟਨ ਨੇ ਕਿਹਾ ਸੀ ਜਿਤਾ ਤੁਸੀਂ ਦਿਓ ਤੇ ਇਹਨੂੰ ਵਿੱਤ ਮੰਤਰੀ ਮੈਂ ਬਣਾ ਦੂੰਗਾ, ਪੈਸਿਆਂ ਦੀ ਤੁਹਾਨੂੰ ਕੋਈ ਕਮੀ ਨਹੀਂ ਰਹਿਣ ਦਊਗਾ, ਬਾਰੇ ਨਿਆਰੇ ਕਰ ਦੂ। ਪਰ ਸਾਡੇ ਆਪਣੇ ਸ਼ਹਿਰ ਦੀ ਹਾਲਤ ਕੀ ਹੈ? ਇਹ ਉੱਥੇ ਦੀ ਉੱਥੇ ਹੀ ਹੈ। 3-4 ਸਾਲਾਂ ਤੋਂ ਬਾਅਦ ਇਲੈਕਸ਼ਨਾਂ ਵੇਲੇ ਲੋਕ ਬਹੁਤ ਵਾਅਦੇ ਕਰ ਲੈਂਦੇ ਹੈ, ਲੇਕਿਨ ਜਦੋਂ ਤੁਸੀਂ ਸੱਤਾ ਦੇ ਵਿੱਚ ਬੈਠਦੇ ਹੋ ਨਾ ਫਿਰ ਤੁਹਾਨੂੰ ਪਤਾ ਲੱਗਦਾ ਹੈ। ਮੈਂ ਤੁਹਾਨੂੰ ਇੱਥੇ ਇੱਕ ਮਿਸਾਲ ਦੇਣੀ ਚਾਹੂੰਗਾ ਇਸ ਮਾਮਲੇ ਦੀ, ਵਾਅਦਿਆਂ ਦੀ, ਕਿ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਜੀ, ਉਹ ਤੋਂ ਪਹਿਲਾਂ ਜਿਹੜੀ ਜਨਤਾ ਪਾਰਟੀ ਦੇ ਵੱਖ-ਵੱਖ ਧੜੇ ਸੀ ਜੀ, ਉਹਨਾਂ ਦੇ ਵਿੱਚ ਇੱਕ ਧੜਾ ਹੁੰਦਾ ਸੀ ਜਨ ਸੰਘ ਦਾ, ਅੱਜ ਵਾਲੀ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਰੂਪ ਜੀ। ਔਰ ਜਨ ਸੰਘ ਜਿਹੜੀ ਹੈਗੀ ਹੈ ਉਹ ਡਟ ਕੇ ਜਿਹੜੀ ਅਮਰੀਕਾ ਭਗਤ ਤੇ ਰੂਸ ਦੇ ਖਿਲਾਫ ਸੀ ਜੀ, ਸੋਵੀਅਤ ਯੂਨੀਅਨ ਦੇ। ਉਹ ਕਹਿੰਦੇ ਹੁੰਦੇ ਸੀ ਵੀ ਸੋਵੀਅਤ ਯੂਨੀਅਨ ਦੀ ਦਖਲਅੰਦਾਜ਼ੀ ਜਿਹੜੀ ਹੈਗੀ ਹੈ ਨਾ, ਇਹ ਦੇਸ਼ ਨੂੰ ਉਲਟ ਪਾਸੇ ਲੈ ਜਾ ਰਹੀ ਹੈ। ਇੰਦਰਾ ਗਾਂਧੀ ਜਿਹੜੀ ਹੈਗੀ ਹੈ, ਪੰਡਿਤ ਨਹਿਰੂ ਤੋਂ ਲੈ ਕੇ ਇਹ ਪਰਿਵਾਰ ਹੈ, ਇਹ ਪ੍ਰਭਾਵ ਥੱਲੇ ਹੈ ਸੋਵੀਅਤ ਯੂਨੀਅਨ ਦੇ। ਲੇਕਿਨ ਜੋ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਤੇ ਉਸ ਸਰਕਾਰ ਦੇ ਵਿੱਚ ਵੀ ਜਨਸੰਘ ਦੇ 2 ਮੈਂਬਰ ਆ ਗਏ ਸੀ ਜੀ। ਵਿਦੇਸ਼ ਮੰਤਰੀ ਬਣ ਗਏ ਸੀ ਅਟਲ ਬਿਹਾਰੀ ਵਾਜਪਾਈ, ਸੂਚਨਾ ਤੇ ਪ੍ਰਸਾਰਣ ਮੰਤਰੀ ਬਣੇ ਸੀਗੇ ਲਾਲ ਕ੍ਰਿਸ਼ਨ ਅਡਵਾਨੀ। ਤਾਂ ਅਟਲ ਬਿਹਾਰੀ ਵਾਜਪਾਈ ਜਦੋਂ ਵਿਦੇਸ਼ ਮੰਤਰੀ ਬਣ ਗਏ, ਉਹ ਤੋਂ ਬਾਅਦ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਰੂਸ ਦੇ ਸੋਲੇ ਗਾਉਣੇ ਸ਼ੁਰੂ ਕਰਤੇ। ਅੱਛਾ ਜੀ, ਕਿ ਐਡੀ ਵਧੀਆ ਦੋਸਤੀ ਜੇ ਹੋਵੇ ਤਾਂ ਇਹੋ ਜਿਹਾ ਦੇਸ਼ ਹੋਵੇ, ਫਲਾਣਾ ਤੇ ਮੁਕਾਮ ਕਾ। ਬੜੇ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਬਹੁਤ ਵੱਡੇ ਵੱਡੇ ਟੋਪ ਟਰੰਕ ਹੈ। ਹਾਂ ਬਿਲਕੁਲ, ਪੱਤਰਕਾਰ ਬੜੇ ਵੱਡੇ ਵੱਡੇ ਆ, ਉਹਨਾਂ ਦੇ ਵਾਸਤੇ ਕੋਈ ਮੰਤਰੀ ਪ੍ਰਧਾਨ ਮੰਤਰੀ ਕੋਈ ਮੈਨੇ ਨਹੀਂ ਰੱਖਦਾ। ਉਹਨਾਂ ਨੇ ਸਵਾਲਾਂ ਦੀ ਝੜੀ ਲਾਤੀ ਕਿ ਵਾਜਪਾਈ ਸਾਹਿਬ ਇਹ
ਹੁਣ ਤੁਸੀਂ ਸੋਲੇ ਗਾਈ ਇਹਨੂੰ ਤੇ ਪਹਿਲਾਂ ਤੁਸੀਂ ਬੜੀ ਮੁਖਾਲਫਤ ਕਰਦੇ ਸੀ, ਕੁਰਸੀ ਦੇ ਦੂਜੇ ਪਾਸੇ ਬੈਠੇ ਹਾਂ। ਤਾਂ ਉਦੋਂ ਫਿਰ ਵਾਜਪਾਈ ਨੇ ਕਿਹਾ, ਕਹਿੰਦਾ ਇਹ ਗੱਲ ਹੈ ਕਿ ਜਦੋਂ ਸੱਤਾ ਦੇ ਵਿੱਚ ਨਾ ਹੋਈਏ ਨਾ, ਜੋ ਮਰਜ਼ੀ ਆਪ ਕਹੀ ਜਾਓ ਪਰ ਜਦੋਂ ਤੁਹਾਨੂੰ ਕਹਿੰਦਾ ਆ ਕੇ ਫਾਈਲਾਂ ਨਾਲ ਵਾਹ ਪੈਂਦਾ, ਤੁਸੀਂ ਦੇਖਦੇ ਹੋ, ਫਿਰ ਤੁਹਾਨੂੰ ਹਕੀਕਤ ਦਾ ਪਤਾ ਲੱਗਦਾ ਕਿ ਸਾਡੇ ਪੱਲੇ ਕੀ ਹੈ। ਕਹਿੰਦਾ ਭਾਰਤ ਦਾ ਡਿਫੈਂਸ ਸਾਰਾ ਨਿਰਭਰ ਹੀ ਰੂਸ ਤੇ ਭਾਰਤ ਦੀ ਜਿਹੜੀ ਹੈਗੀ ਹੈ ਤੁਹਾਡੀ ਇੰਡਸਟਰੀਅਲ ਡਿਵੈਲਪਮੈਂਟ ਉਹ ਤੇ ਰੂਸ ਤੇ ਨਿਰਭਰ ਹੈ। ਸਾਨੂੰ ਮਦਦ ਹੀ ਉੱਥੋਂ ਮਿਲਦੀ ਹੈ। ਜੇ ਅਸੀਂ ਚਾਈਨਾ ਤੇ ਪਾਕਿਸਤਾਨ ਦੇ ਨਾਲ ਥੋੜਾ ਜਿਹਾ ਡਿੱਕਦੇ ਹਾਂ ਤਾਂ ਇਹ ਵੀ ਡਿਊ ਟੂ ਰੂਸ ਹੈ। ਅਮਰੀਕਾ ਦੇ ਨਾਲੋਂ ਨਾਲ ਅਸੀਂ ਜਿੰਨੀ ਮਰਜ਼ੀ ਹੈ ਨੇੜਤਾ ਪਾ ਲਈਏ, ਪਰ ਉਹ ਪਾਕਿਸਤਾਨ ਦਾ ਖੜਾ ਨਹੀਂ ਛੱਡ ਸਕਦਾ। ਉਹਦੀਆਂ ਆਪਦੀਆਂ ਮਜਬੂਰੀਆਂ। ਇਹ ਸਾਰੀਆਂ ਗੱਲਾਂ ਕਹਿਣ ਤੋਂ ਬਾਅਦ ਉਹੀ ਸਥਿਤੀ ਹੁਣ ਆ ਗਈ ਮਨਪ੍ਰੀਤ ਦੀ। ਮਨਪ੍ਰੀਤ ਨੇ ਕਿਹਾ ਸੀ ਕਿ 3 ਜਿਹੜੇ ਹੈਗੇ ਬਜਟ 3 ਸਾਲਾਂ ਤੱਕ ਮੇਰੇ ਵੱਲ ਝਾਕਿਓ ਨਾ ਜੀ, ਚੌਥਾ ਸਾਲ ਵੀ ਟੱਪ ਗਿਆ ਤੇ ਬਜਟ ਇਹ ਵੀ ਘਾਟੇ ਵਾਲਾ ਹੀ ਹੈ, ਇਹ ਕੋਈ ਮੁਨਾਫੇ ਵਾਲਾ ਨਹੀਂ। ਇਹਦੀਆਂ ਉਹਨੇ ਦਲੀਲਾਂ ਵੀ ਦਿੱਤੀਆਂ ਜੀ। ਉਹਨੇ ਕਿਹਾ ਕਿ ਕੋਵਿਡ-19 ਜਦੋਂ ਆ ਗਿਆ ਉਹਦੇ ਚਲਦਿਆਂ ਸਾਨੂੰ ਕਾਫੀ ਜਿਹੜਾ ਰੈਵਨਿਊ ਆਉਣਾ ਸੀ, ਉਹ ਰੈਵਨਿਊ ਬੰਦ ਹੋ ਗਿਆ ਜੀ। ਸ਼ਰਾਬ ਦੇ ਠੇਕੇ ਆਪਾਂ ਨੂੰ ਪਤਾ ਮਹੀਨਿਆਂ ਬੱਧੀ ਬੰਦ ਰਹੇ ਤਾਂ ਰਹੇ ਆ, ਬਸ ਜਾਨੇ ਜੇ ਚੱਲਦੇ ਰਹੇ ਤਾਂ ਮਤਲਬ 2 ਨੰਬਰ ਚੱਲਦੇ ਰਹੇ। ਸਰਕਾਰ ਨੂੰ ਕੁਝ ਨਹੀਂ ਮਿਲਦਾ ਸੀ, ਲੋਕਾਂ ਨੂੰ ਦਾਰੂ ਮਿਲੀ ਜਾਂਦੀ ਸੀ। ਇਸੇ ਤਰ੍ਹਾਂ ਜੇ ਅਸੀਂ ਦੇਖੀਏ ਤਾਂ ਬੈਟ ਵੀ ਲਗਭਗ ਬੰਦ ਹੀ ਸੀ। ਜਦੋਂ ਗੱਡੀਆਂ ਵਗੈਰਾ ਸਾਰੀਆਂ ਬੈਟ ਜਿਹੜੀ ਸਾਨੂੰ ਮਿਲਦੀ ਹੈ ਉਹ ਤਾਂ ਪੈਟਰੋਲ ਤੇ ਡੀਜ਼ਲ ਤੇ ਮਿਲਦੀ ਹੈ, ਗੱਡੀਆਂ ਸਾਰੀਆਂ ਬੰਦ ਸੀ। ਉਹਨੇ ਵਾਕਿਆ ਆਪਾਂ ਮੰਨ ਸਕਦੇ, ਉਹਨੇ ਬੜਾ ਨੁਕਸਾਨ ਕੀਤਾ ਹੈ। ਔਰ ਦੂਜਾ ਇਹ ਹੈ ਕਿ ਕੋਵਿਡ-19 ਦੇ ਚਲਦਿਆਂ ਬਹੁਤ ਸਾਰਾ ਪੈਸਾ ਵੀ ਸਰਕਾਰ ਦਾ ਲੱਗਿਆ ਜੀ। ਤੇ ਉੱਤੋਂ ਅਸੀਂ ਦੇਖੀਏ ਜਿਹੜੀ ਕੇਂਦਰ ਸਰਕਾਰ ਹੈ ਉਹਦਾ ਪੰਜਾਬ ਨਾਲ ਰਵੱਈਆ ਜਿਹੜਾ ਉਹ ਮਤੇਈ ਮਾਂ ਵਾਲਾ ਹੈ। ਤੇ ਉਹ ਮਤੇਈ ਮਾਂ ਵਾਲੀਆਂ ਗੱਲਾਂ ਤਾਂ ਹੁਣ ਵੀ ਆਪਾਂ ਨੂੰ ਦਿਖੀ ਜਾਂਦੀਆਂ। ਉਹ ਤਾਂ ਜਦੋਂ ਆਪਾਂ ਜਦੋਂ FCI ਦੀ ਖਰੀਦ ਦੇ ਨਾਲ ਉਹਨਾਂ ਨੇ ਕਹਿ ਦਿੱਤਾ ਕਿ FCI ਖਰੀਦ ਤਾਂ ਜ਼ਰੂਰ ਕਰੂਗੀ, ਲੇਕਿਨ ਪੇਮੈਂਟ ਜਿਹੜੀ ਹੈ ਡਾਇਰੈਕਟ ਕਰਾਂਗੇ ਕਿਸਾਨਾਂ ਨੂੰ, ਤੇ ਨਾਲ ਜਮਾਬੰਦੀਆਂ ਵੀ ਦੇ ਦਿਓ ਤੁਸੀਂ, ਗਰਦੌਰੀਆਂ ਵੀ ਦੇ ਦਿਓ ਤੁਸੀਂ। ਇਹ ਸਾਰਾ ਚੀਜ਼ ਹੈ ਵੀ ਕੇਂਦਰ ਦਾ ਮਤੇਈ ਮਾਂ ਵਾਲਾ ਜਿਹੜਾ। ਪਰ ਫਿਰ ਵੀ ਜੇ ਆਪਾਂ ਦੇਖੀਏ ਤਾਂ ਇਹ ਬਜਟ ਨੂੰ ਕਹਾਂਗੇ ਆਪਾਂ ਚੋਣ ਬਜਟ ਹੈ, ਕਿਉਂਕਿ ਇਹ ਤੋਂ ਬਾਅਦ ਤਾਂ ਫਿਰ ਅਗਲੀ ਸਰਕਾਰ ਆ ਜਾਣੀ ਹੈ। 2022 ਚੋਣਾਂ ਆਉਣੀ, ਕਿਹਦੀ ਆਉਂਦੀ ਹੈ ਕੁਛ ਵੀ ਹੈ, ਪਰ ਉਹ ਤੋਂ ਪਹਿਲਾਂ ਵੋਟਾਂ ਤਾਂ ਇਹਨਾਂ ਨੂੰ ਵੀ ਚਾਹੀਦੀਆਂ ਨਾ। ਇਹਨਾਂ ਨੂੰ ਵੋਟਾਂ ਲੈਣ ਵਾਸਤੇ ਫਿਰ ਜਿਹੜੇ ਐਤਕੀ ਆਪਾਂ ਕਹਿ ਦਈਏ ਵੀ ਪਟਾਰੀ ਖੋਲਤੀ। ਪਟਾਰੀ ਦੇ ਵਿੱਚ ਜਿਹੜੀਆਂ ਚੀਜ਼ਾਂ ਕਹੀਆਂ ਕੁਛ ਚੰਗੀਆਂ ਚੀਜ਼ਾਂ। ਅੱਛਾ ਜੀ। ਮਿਸਾਲ ਦੇ ਤੌਰ ਦੇ ਉੱਤੇ ਇਹਨਾਂ ਨੇ ਕਹਿ ਦਿੱਤਾ ਕਿ ਸਰਕਾਰੀ ਬੱਸਾਂ ਵਿੱਚ ਔਰਤਾਂ ਤੇ ਵਿਦਿਆਰਥੀਆਂ ਨੂੰ ਮੁਫਤ ਸਫ਼ਰ ਦੀ ਸਹੂਲਤ। ਚੰਗੀ ਗੱਲ ਹੈ। ਐਵੇਂ ਨਹੀਂ ਤਾਂ ਜਵਾਕ ਤਾਂ ਲੜੀ ਜਾਂਦੇ ਸੀ, ਜਵਾਕਾਂ ਦੀ ਬਹੁਤ ਬੁਰੀ ਹਾਲਤ ਹੈ। ਚੰਗੀ ਗੱਲ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਵੀ ਬੱਸਾਂ ਸਰਕਾਰੀ ਬੱਸਾਂ ਚੱਲਦੀਆਂ ਕਿ ਨਹੀਂ ਹੈ। ਇਹ ਵੀ ਸਵਾਲ ਹੈ। ਇਹ ਸਵਾਲ ਹੈ ਇੱਕ ਵੱਡਾ। ਤੇ ਇਹਦੇ ਨਾਲ ਜੇ ਤੁਸੀਂ ਕਰ ਨਹੀਂ ਲੱਗੇ ਸੀ ਫਿਰ ਥੋੜਾ ਜਿਹਾ ਹੋਰ ਕਰ ਦਿੰਦੇ, ਕਿਉਂਕਿ ਇੱਧਰ ਵੀ ਤਾਂ ਸਬਸਿਡੀ ਦੇਣੀ ਹੈ PITC ਦੀ ਰੋਡਵੇਜ਼ ਨੂੰ। ਪ੍ਰਾਈਵੇਟ ਬੱਸ ਤੁਸੀਂ ਕੂਪਨ ਦੇ ਦਿੰਦੇ ਵਿਦਿਆਰਥੀਆਂ ਨੂੰ, ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਦੇ ਕੇ ਤੇ ਆਪਣਾ ਉਹ ਕਢਵਾ ਲੈਂਦੇ। ਅੱਛਾ, ਬੀਬੀਆਂ ਵਾਸਤੇ ਗੱਲ ਮੈਂ ਥੋੜ੍ਹੀ ਜਿਹੀ ਚੰਗੀ ਸਮਝਦਾ, ਕਿਉਂਕਿ ਜੇ ਪਿੰਡਾਂ 'ਚ ਨਹੀਂ ਜਾਣਾ, ਕਈ ਵਾਰੀ ਦੂਰ ਦਰਾਡੇ ਜਾਣਾ ਹੁੰਦਾ। ਹੁਣ ਕੋਈ ਕਿਸੇ ਬੰਦੇ ਨੂੰ ਕੋਈ ਬਿਮਾਰੀ ਠਮਾਰੀ ਪੈ ਜੇ, ਚੰਡੀਗੜ੍ਹ ਜਾਣਾ, ਲੁਧਿਆਣੇ ਜਾਣਾ, ਮਰੀਜ਼ ਨੂੰ ਲੈ ਕੇ ਜਾਣਾ, ਜਿਹੜਾ ਨਾਲ ਲੈ ਕੇ ਜਾਊਗਾ ਮਾਤਾ ਦੇ ਘੱਟੋ ਘੱਟ ਉਹ ਤਾਂ ਉਹਨੂੰ ਮੁਫਤ ਲੈ ਜਾਊਗਾ। ਇਹ ਗੱਲ ਚੰਗੀ ਹੈ, ਇਹਦੇ 'ਚ ਆਪਾਂ ਇਹਨੂੰ ਮਾੜੀ ਨਹੀਂ ਕਹਿ ਸਕਦੇ। ਇਹਨੂੰ ਆਪਾਂ ਕਹਿੰਦੇ ਵੀ ਵੈਲਫੇਅਰ ਸਟੇਟ। ਹਾਂ, ਵੈਲਫੇਅਰ ਸਟੇਟ, ਇਹਨੂੰ ਸੋਸ਼ਲ ਸਿਕਿਉਰਿਟੀ ਵਾਲੀ ਗੱਲ ਹੀ ਕਹਾਂਗੇ। ਇਹਦੇ 'ਚ ਕੋਈ ਗੱਲ ਨਹੀਂ। ਅਗਲੀ ਗੱਲ ਕੀ ਹੁੰਦੀ ਵੀ ਕਿਸਾਨਾਂ ਦੇ ਕਰਜ਼ਿਆਂ ਤੇ ਲੀਕ ਮਾਰਨ ਲਈ ਜੀ 1186 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਇਹ ਜਿਹੜਾ 1186 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ ਦਾਨੇਵਾਲੀਆ ਸਾਹਿਬ ਜੀ, ਇਹ ਜਿਹੜੇ ਹੈਗੇ ਇਹ ਉਹ ਕਰਜ਼ੇ ਹੈ ਜਿਹੜੇ ਕਰਜ਼ੇ ਕੋਆਪਰੇਟਿਵ ਬੈਂਕਾਂ ਦੇ ਫਸਲੀ ਕਰਜ਼ੇ ਜਿਹੜੇ ਆਪਾਂ ਲੈ ਲੈਂਦੇ ਹੁੰਦੇ ਉਹਦੇ 'ਚ। ਔਰ ਨਾਲ ਹੀ ਇਹਦੇ ਵਿੱਚ ਪ੍ਰਬੰਧ ਕੀਤਾ ਹੋਇਆ ਖੇਤ ਮਜ਼ਦੂਰਾਂ ਵਾਸਤੇ ਜੀ, ਉਹ ਚੰਗੀ ਗੱਲ। ਪਹਿਲੀ ਵਾਰੀ ਹੈ ਵੀ ਖੇਤ ਮਜ਼ਦੂਰਾਂ ਵਾਸਤੇ ਜਿਹੜਾ ਪ੍ਰਬੰਧ ਕੀਤਾ ਹੋਇਆ ਚੰਗੀ ਗੱਲ ਹੈ। ਚਲੋ ਆਪਾਂ ਇਸ ਚੱਕਰ 'ਚ ਨਾ ਪਈਏ ਕਿ ਪੈਸੇ ਕਿੰਨੇ ਰੱਖੇ ਹੋਏ, ਪਰ ਘੱਟੋ ਘੱਟ ਇਹ ਨੋਟਿਸ ਤਾਂ ਲਿਆ ਉਹਨਾਂ ਨੂੰ ਰੈਕੋਗਨਾਈਜ਼ ਕੀਤਾ ਹੈ। ਉਹ ਤੋਂ ਪਹਿਲਾਂ ਇੱਕ ਹੋਰ ਵਧੀਆ ਗੱਲ ਕੀਤੀ ਸੀ ਜਿਹੜੀ ਬਜਟ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ, ਉਹ ਵੀ ਪਿੰਡਾਂ ਨਾਲ ਤੇ ਖਾਸ ਕਰਕੇ ਖੇਤ ਮਜ਼ਦੂਰਾਂ ਨਾਲ ਸੰਬੰਧਿਤ ਹੈ ਜੀ। ਪਿੰਡਾਂ ਦੇ ਵਿੱਚ ਲਾਲ ਲਕੀਰ ਦੇ ਅੰਦਰ ਜਿਹੜੇ ਘਰ ਹੈ ਉਹਨਾਂ ਦਾ ਕੋਈ ਰਿਕਾਰਡ ਕੋਈ ਮਲਕੀਅਤ ਨਹੀਂ। ਤੁਸੀਂ ਕਿਤੋਂ ਕਰਜ਼ਾ ਲੈਣਾ, ਤੁਸੀਂ ਆਪਣੇ ਘਰ ਦੀ ਰਜਿਸਟਰੀ ਜਿਹੜੀ ਹੈ ਉਹ ਨਹੀਂ ਦੇ ਸਕਦੇ ਜੇ ਤੁਹਾਡੇ ਕੋਲ ਮਾਲਕੀ ਹੈ। ਉਹਦੇ ਵਾਸਤੇ ਵੀ ਇਹਨਾਂ ਨੇ ਫੈਸਲਾ ਕੀਤਾ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੀ ਹੈ ਲਾਲ ਲਕੀਰਾਂ ਵਾਲਿਆਂ ਨੂੰ ਮਾਲਕੀ ਦੇ ਹੱਕ ਦੇ ਕੇ ਉਹਨਾਂ ਨੂੰ ਕੀਤਾ ਜਾਵੇ। ਬੰਦੇ ਨੂੰ ਵੇਲੇ ਕੋਲ ਲੋੜ ਪੈਂਦੀ ਰਹਿੰਦੀ ਹੈ ਪੈਸੇ ਧੇਲੇ ਦੀ। ਇਹਦੇ ਨਾਲ ਇੱਕ ਬਹੁਤ ਵਧੀਆ ਗੱਲ ਹੋਈ ਹੈ ਵੀ ਅਕਾਲੀਆਂ ਦੇ ਜ਼ਮਾਨੇ ਦੇ ਵਿੱਚ ਹੁੰਦੀ ਸੀਗੀ ਸ਼ਗਨ ਸਕੀਮ, ਫਿਰ ਆ ਗਈ ਸੀਗੀ ਆਸ਼ੀਰਵਾਦ ਸਕੀਮ ਦਾ 15,000 ਤੋਂ ਵਧਾ ਕੇ ਇਸੇ ਗਵਰਨਮੈਂਟ ਨੇ 21,000 ਕੀਤਾ ਸੀ। ਹੁਣ 21,000 ਤੋਂ ਵਧਾ ਕੇ ਤੇ 51,000 ਕੀਤਾ ਹੈ। ਅੱਛਾ ਜੀ।
ਇਹ ਜਿਹੜੀਆਂ ਹੈਗੀਆਂ ਕੁੜੀਆਂ ਦੇ ਵਿਆਹਾਂ ਵਾਸਤੇ ਲੋੜਵੰਦ 51,000 ਦਾ ਢਿੱਲੋਂ ਸਾਹਿਬ ਅੱਜ ਕੱਲ੍ਹ ਦਾ ਬਿਸਤਰਾ ਹੀ ਆਉਂਦਾ ਹੀ ਕੁਛ ਨਹੀਂ, ਬਿਸਤਰੇ ਵੀ ਚਲੋ ਜੋ ਕੁਛ ਹੈ, ਚਲੋ ਇੱਕ ਥੋੜਾ ਜਿਹਾ ਬੰਦਾ ਇੰਨਾ ਕਹਿ ਵੀ ਉਹਨੂੰ ਮਦਦ ਮਿਲ ਗਈ। ਬਿਲਕੁਲ 51,000 ਰੁਪਏ ਵਾਲੀ ਗੱਲ ਕੀਤੀ ਹੈ ਜਿਹੜੀ, ਇਹ ਵੀ ਵਧੀਆ ਕੀਤੀ ਹੈ। ਹਾਲਾਂਕਿ ਪ੍ਰੋਮਿਸ ਇਹਨਾਂ ਦਾ ਡੇ 1 ਤੋਂ ਸੀ ਜੀ ਜੀ ਕਿ ਅਸੀਂ ਇਹ ਕੁਛ ਕਰਾਂਗੇ, ਇਹ ਚਾਹੀਦੇ ਤਾਂ ਪਹਿਲਾਂ ਤੋਂ ਸੀ, ਇਹਨਾਂ ਨੇ ਹੁਣ ਇਸ ਲੈਵਲ ਤੇ ਕੀਤਾ। ਅਗਲਾ ਜੇ ਆਪਾਂ ਦੇਖੀਏ ਤਾਂ ਫਿਰ ਇਹਨਾਂ ਨੇ ਜੀ ਸ਼ੇਮਾ ਪੇ ਕਮਿਸ਼ਨ ਆ ਜਿਹੜਾ ਜੀ, ਉਹਦੀ ਰਿਪੋਰਟ ਹਾਲੇ ਆਈ ਨਹੀਂ। ਮਨਪ੍ਰੀਤ ਦਾ ਇਹ ਮੰਨਣਾ ਹੈ ਕਿ ਜਿਹੜਾ ਆਫ ਦੀ ਰਿਕਾਰਡ ਜੀ ਪੇ ਕਮਿਸ਼ਨ ਵਾਲਿਆਂ ਨੇ ਇਹਨਾਂ ਨੂੰ ਮੈਸੇਜ ਭੇਜਿਆ, ਉਹਨਾਂ ਨੇ ਕਿਹਾ ਕਿ 31 ਮਾਰਚ ਤੱਕ ਅਸੀਂ ਤੁਹਾਨੂੰ ਆਪਣੀ ਰਿਪੋਰਟ ਦੇ ਦਿਆਂਗੇ। ਉਹਨੂੰ ਮੱਦੇ ਨਜ਼ਰ ਰੱਖਦੇ ਇਹਨਾਂ ਨੇ ਫਿਰ ਕਿਹਾ ਕਿ ਪਹਿਲੀ ਜੁਲਾਈ ਤੋਂ ਜੀ ਅਸੀਂ ਜਿਹੜਾ ਹੈਗਾ ਸ਼ੇਮਾ ਪੇ ਕਮਿਸ਼ਨ ਆ ਉਹਨੂੰ ਲਾਗੂ ਕਰ ਦਿਆਂਗੇ। ਔਰ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ 2 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ ਜੀ। ਲੋੜ ਸੀ ਉੱਥੇ, ਕਿ ਕਪੂਰਥਲਾ ਤੇ ਜੇ ਆਪਾਂ ਹੁਸ਼ਿਆਰਪੁਰ ਦੀ ਸਥਿਤੀ ਦੇਖੀਏ, ਕਿਉਂਕਿ ਜਿਹੜਾ ਏਮਜ਼ ਬਠਿੰਡੇ ਹੈ ਜੀ, ਇਹਦੀ ਪ੍ਰਪੋਜ਼ਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਭੇਜੀ ਸੀ, ਉਹ ਦੁਆਬੇ ਵਾਸਤੇ ਭੇਜੀ ਸੀ। ਲੇਕਿਨ ਕਿਉਂਕਿ ਵੋਟ ਰਾਜਨੀਤੀ ਹੈ ਜੀ, ਜੇ ਆਪਾਂ ਕਾਂਗਰਸ ਵਾਲਿਆਂ ਨੂੰ ਕਹਿੰਦੇ ਤਾਂ ਵੋਟ ਰਾਜਨੀਤੀ ਉਦੋਂ ਵੀ ਸੀ। ਹਰਸਿਮਰਤ ਕੌਰ ਬਾਦਲ ਨੂੰ ਦੁਬਾਰਾ ਵੀ ਜਿੱਤ ਦਿਵਾਉਣੀ ਸੀ ਜੀ ਜੀ, ਇਸ ਲਈ ਹਰਸਿਮਰਤ ਕੌਰ ਬਾਦਲ ਨੇ ਜਿੱਦ ਕਰਕੇ ਤੇ ਉਹ ਏਮਜ਼ ਲੈ ਆਂਦਾ ਬਠਿੰਡੇ। ਅਸੀਂ ਬਠਿੰਡਾ ਦੇ ਵਸਨੀਕ ਆ, ਸਾਡੇ ਲਈ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ, ਲੇਕਿਨ ਦੇਸ਼ ਦੇ ਜਿਹੜੇ ਸੂਬੇ ਦੇ ਦੂਜੇ ਹਿੱਸਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਸੂਬਾ ਸਾਰੀ ਸਰਕਾਰ ਲਈ ਸਾਰਾ ਸੂਬਾ ਇੱਕ ਹੁੰਦਾ ਹੈ। ਇਹ ਜਿਹੜਾ ਹੁਣ ਕਾਂਗਰਸ ਦੀ ਸਰਕਾਰ ਨੇ ਇਹ ਕੀਤਾ ਕਿ ਇਹਨਾਂ ਦੋਨਾਂ ਥਾਵਾਂ ਤੇ ਕਪੂਰਥਲਾ ਤੇ ਉੱਥੇ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਚਲੋ ਥੋੜ੍ਹੀਆਂ ਜਿਹੀਆਂ ਸੇਵਾਵਾਂ ਦਾ ਸਟੈਂਡਰਡ ਤਾਂ ਵਾਧਾ ਨਾ, ਭਾਵੇਂ ਕਪੂਰਥਲਾ ਜਲੰਧਰ ਆਪਾਂ ਕਹਿ ਦਈਏ ਕਿ ਟਵਿਨ ਸਿਟੀਜ਼ ਵਾਂਗੂ ਹੀ 15-20 ਕਿਲੋਮੀਟਰ ਦਾ ਹਿੱਸਾ। ਹਾਂਜੀ ਹਾਂਜੀ ਜੀ। ਅਗਲੀ ਦਾਨੇ ਵਾਲੀ ਸਾਹਿਬ ਇਹਨਾਂ ਨੇ ਕਿਹਾ ਕਿ ਇਸ ਸਾਲ ਦੇ ਵਿੱਚ 48,999 ਅਸਾਮੀਆਂ ਜਿਹੜੀਆਂ ਉਹ ਭਰੀਆਂ ਜਾਣਗੀਆਂ। ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਤਾਂ ਮੋਟੇ ਜਿਹੇ ਨੁਕਤੇ, ਕਿਉਂਕਿ ਤੇ ਐਨਾਲਿਸਿਸ ਕਰਨ ਵਾਸਤੇ ਤਾਂ ਸਾਰਾ ਬਜਟ ਪੜ੍ਹਨਾ ਪੈਣਾ, ਜੋ ਸਾਰਾ ਕੁਛ ਹੈ। ਕੁੱਲ ਮਿਲਾ ਕੇ ਆਪਾਂ ਗੱਲ ਦੇਖੀ ਤਾਂ ਇਸ ਬਜਟ ਨੂੰ ਆਪਾਂ ਕਹਾਂਗੇ ਕਿ ਇਹ ਬਜਟ ਠੀਕ ਹੈ, ਲੇਕਿਨ ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਕਿੰਤੂ ਪਰੰਤੂ ਕਰਤਾ, ਕਹਿੰਦੇ ਜੀ ਇਹ ਬਜਟ ਠੀਕ ਨਹੀਂ। ਔਰਤਾਂ ਨੂੰ ਉੱਥੇ ਵੀ ਸਫ਼ਰ ਦੀ ਇਜਾਜ਼ਤ ਉਹਨਾਂ ਨੇ ਦਿੱਤੀ ਹੋਈ ਹੈ ਜੀ, ਇੱਥੇ ਵੀ ਦਿੱਤੀ, ਤਾਂ ਕੋਈ ਮਾੜੀ ਗੱਲ ਨਹੀਂ, ਚੰਗੀ ਨੂੰ ਚੰਗੀ ਤਾਂ ਕਿਹਾ ਜਾ ਸਕਦਾ ਹੈ। ਪਰ ਹਰਪਾਲ ਸਿੰਘ ਚੀਮਾ ਨੇ ਇੱਕ ਗੱਲ ਕਹਿ ਦਿੱਤੀ, ਉਹ ਕਹਿੰਦਾ ਜੀ ਇਹ ਬਜਟ ਮਨਪ੍ਰੀਤ ਸਿੰਘ ਬਾਦਲ ਦਾ ਨਹੀਂ। ਅੱਛਾ ਜੀ। ਇਹ ਬਜਟ ਤਾਂ ਕਹਿੰਦਾ ਪ੍ਰਸ਼ਾਂਤ ਕਿਸ਼ੋਰ ਦਾ ਹੈ, ਵੀ ਜਿਹੜਾ ਇਹਨਾਂ ਨੂੰ ਉਦੋਂ ਬਣਾ ਕੇ ਦਿੱਤਾ ਸੀ। ਉਹਨਾਂ ਨੇ ਦਿੱਲੀ ਬਣਾ ਕੇ ਦਿੱਤਾ, ਇਹਨਾਂ ਦਾ ਸਲਾਹਕਾਰ ਵੀ ਦਿੱਲੀ ਉਹੀ ਹੈ ਤੇ ਇੱਥੇ ਵੀ ਉਹੀ ਹੈ। ਪਰ ਮਨਪ੍ਰੀਤ ਬਾਦਲ ਨੇ ਨਾਲ ਦੀ ਨਾਲ ਕਾਊਂਟਰ ਕੀਤਾ, ਉਹ ਕਹਿੰਦਾ ਮੈਂ ਤਾਂ ਅਜੇ ਤੱਕ ਪ੍ਰਸ਼ਾਂਤ ਕਿਸ਼ੋਰ ਦੀ ਸ਼ਕਲ ਹੀ ਨਹੀਂ ਦੇਖੀ। ਪ੍ਰਸ਼ਾਂਤ ਕਿਸ਼ੋਰ ਨੂੰ ਐਡਵਾਈਜ਼ਰ ਬਣਾਏ ਨੂੰ ਦਿਨ ਕਿੰਨੇ ਹੋ ਗਏ? ਕਿੰਨੇ ਕੁ ਦਿਨ ਹੋਇਆ? 4 ਤਾਂ ਦਿਨ ਹੋਇਆ। 4 ਦਿਨ ਹੋਏ ਤੇ ਬਜਟ 4 ਦਿਨਾਂ ਚ ਨਹੀਂ। ਇਹ ਤਿਆਰੀ ਤਾਂ ਪਤਾ ਨਹੀਂ ਮਨਪ੍ਰੀਤ ਕਦੋਂ ਦੀ ਲੱਗਿਆ ਪਿਆ। ਤੇ ਵੱਡੇ ਭਾਈ ਸਾਹਿਬ ਨੇ, ਸੁਖਵੀਰ ਨੇ ਤਾਂ ਫਿਰ ਤੁਹਾਨੂੰ ਪਤਾ ਵੀ ਸ਼ਰੀਕ ਨੇ ਸ਼ਰੀਕ ਦੇ ਵਿਹੜੇ ਦੇ ਵਿੱਚ ਸੇਧਾ ਤਕੜਾ ਕੱਢਣਾ ਹੀ ਹੁੰਦਾ। ਉਹਨੇ ਕਹਿਤਾ ਜੀ ਨਹੀਂ ਇਹ ਤਾਂ ਬਜਟ ਬੜਾ ਮਾੜਾ ਹੈ। ਲੇਕਿਨ ਕੈਪਟਨ ਨੇ ਆਪਦੇ ਵਿੱਤ ਮੰਤਰੀ ਦੀ ਸ਼ਲਾਘਾ ਕੀਤੀ ਹੈ, ਉਹਨੇ ਕਿਹਾ ਬਜਟ ਬਹੁਤ ਵਧੀਆ ਹੈ। ਆਪਾਂ ਆਸ ਕਰਦੇ ਹਾਂ ਕਿ ਜਿਹੜਾ ਘਾਟੇ ਵਾਲਾ ਸੌਦਾ ਪਤਾ ਹੈ, ਕੋਈ ਵੱਡੀ ਗੱਲ ਇਹ ਹੈ ਕਿ ਜਿੰਨਾ ਪੈਸਾ ਆਉਂਦਾ ਹੈ ਡਿਵੈਲਪਮੈਂਟ ਦੇ ਉੱਤੇ ਪੈਸਾ ਘੱਟ ਲੱਗਦਾ, ਤੇ ਜ਼ਿਆਦਾ ਪੈਸਾ ਜਿਹੜਾ ਹੈਗਾ ਉਹ ਜਾਂਦਾ ਪੁਰਾਣੀਆਂ ਕਿਸ਼ਤਾਂ ਮੋੜਨ ਜੀ, ਵਿਆਜ ਮੋੜਨ ਦੇ ਵਿੱਚ। ਲਾਲੇ ਦੀ ਵਿਆਜ ਹੈ ਜਿਹੜਾ ਉਹ ਖਾ ਗਿਆ, ਉਹ ਵਿਆਜ ਖਾ ਗਿਆ। ਇਹਦੇ ਬਾਰੇ ਮਤਲਬ ਜਿਹੜੀ ਭਾਰਤ ਸਰਕਾਰ ਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ, ਕਿਉਂਕਿ ਪਹਿਲਾਂ ਵੀ ਤੁਹਾਡੇ ਯਾਦ ਹੋਣਾ ਜਦੋਂ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੇ ਵਿੱਚ ਹੁੰਦੇ ਸੀਗੇ ਵਿੱਤ ਮੰਤਰੀ ਜੀ, ਉਦੋਂ ਸਾਡੇ ਦੇਸ਼ ਦੇ ਜਿਹੜੇ ਮਰਹੂਮ ਰਾਸ਼ਟਰਪਤੀ ਰਹੇ ਨਹੀਂ ਇਸ ਦੁਨੀਆ ਦੇ ਵਿੱਚ, ਆਪਣੇ ਪ੍ਰਣਬ ਮੁਖਰਜੀ ਜੀ, ਉਹ ਵਿੱਤ ਮੰਤਰੀ ਹੁੰਦੇ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ। ਉਸ ਵੇਲੇ ਵੀ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਇਹ GST ਵਗੈਰਾ ਵਾਲੀ ਗੱਲ ਕਰ ਲਵੋ ਤਾਂ ਅਸੀਂ ਤੁਹਾਨੂੰ ਕੁਛ ਨਾ ਕੁਛ ਰੇਤਾਂ ਦੇਣ ਨੂੰ ਤਿਆਰ ਹਾਂ ਕਰਜ਼ੇ 'ਚ ਜੀ। ਕਰਜ਼ੇ ਦੇ ਬਾਰੇ ਯਕਮੁਸ਼ਤ ਫੈਸਲਾ ਲੈਣਾ ਚਾਹੀਦਾ ਕੇਂਦਰ ਸਰਕਾਰ ਨੂੰ, ਕਿਉਂਕਿ ਕੇਂਦਰ ਸਰਕਾਰ ਕਈ ਵਾਰੀ ਇਸ ਗੱਲ ਦੇ ਉੱਤੇ ਖਫਾ ਹੋ ਜਾਂਦੀ ਹੈ। ਪੰਜਾਬ ਨੂੰ ਤਾਂ ਫਾਹੇ ਦਿੱਤਾ ਹੋਇਆ ਵੀ ਇਹ ਜੀ ਪੰਜਾਬ ਦੇ ਵਿੱਚੋਂ ਅੰਦੋਲਨ ਖੜੇ ਹੋਏ, ਅੰਦੋਲਨ ਆਪਦੀ ਥਾਂ ਦੇ ਉੱਤੇ ਡੈਮੋਕ੍ਰੇਟਿਕ ਰਾਈਟਾਂ ਲੋਕਾਂ ਨੇ ਕਰਨਾ ਹੈ। ਲੇਕਿਨ ਇਹ ਗੱਲ ਯਾਦ ਰੱਖੋ ਕਿ ਪੰਜਾਬ ਇੱਕ ਸਰਹੱਦੀ ਸਟੇਟ ਹੈ ਜੀ ਜੀ। ਸਰਹੱਦੀ ਸਟੇਟ ਦੇ ਨਾਲ ਜੇ ਤੁਸੀਂ ਸਿਰਫ ਤੇ ਸਿਰਫ ਇਸ ਗੱਲ ਕਰਕੇ ਕਿ ਇੱਥੋਂ ਦੇ ਲੋਕ ਖਾੜਕੂ ਹੈ, ਇੱਥੋਂ ਦੇ ਲੋਕ ਅੰਦੋਲਨ ਕਰਦੇ, ਜਿਵੇਂ ਕਿ ਕਹਿ ਦਿੱਤਾ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਕੁਝ ਲੋਕ ਤਾਂ ਜੀ ਅੰਦੋਲਨ ਜੀਵੀ ਹੁੰਦੇ ਹੈ ਜੀ, ਅੰਦੋਲਨ ਜੀਵੀ ਕਰਕੇ ਲੋਕਾਂ ਨੂੰ ਫਾਹੇ ਨਾ ਟੰਗੋ। ਸਰਹੱਦੀ ਜਿਹੜੀ ਹੈਗੀ ਹੈ ਸਟੇਟ, ਉਹਦੇ ਵਿੱਚ ਸ਼ਾਂਤੀ ਤੇ ਅਮਨ ਹੋਣਾ ਚਾਹੀਦਾ, ਲੋਕਾਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਨਹੀਂ ਹੋਣੀ ਚਾਹੀਦੀ। ਰਲ ਮਿਲ ਕੇ ਤੁਸੀਂ ਇਹਦਾ ਕੋਈ ਹੱਲ ਕੱਢੋ ਜੀ ਜੀ ਕਰਜ਼ੇ ਦਾ, ਕਿਉਂਕਿ ਜਿੰਨੀ ਦੇਰ ਤੱਕ ਕਰਜ਼ੇ ਦਾ ਹੱਲ ਨਹੀਂ ਨਾ ਨਿਕਲਦਾ, ਜਿਹੜਾ ਸਾਨੂੰ ਹੋਰ ਕਿਸ਼ਤਾਂ ਮੋੜਨੀਆਂ ਪੈਂਦੀਆਂ, ਉਨੀ ਦੇਰ ਨਹੀਂ ਗੱਲ, ਉਨੀ ਦੇਰ ਗੱਲ ਸ਼ਾਹੂਕਾਰ ਦਾ ਵਿਆਜ ਨਹੀਂ ਨਾ ਜਿੰਨੀ ਦੇਰ ਉਤਰਦਾ ਜੀ। ਹਾਂਜੀ, ਉਹ ਪੰਡ ਬਹੁਤ ਭਾਰੀ ਹੁੰਦੀ। ਦਾਨੇ ਵਾਲੀਆ ਸਾਹਿਬ, ਕਿਸੇ ਵੇਲੇ ਸਟੇਟ ਪੰਜਾਬ ਹੈ ਜਿਹੜੀ ਪਹਿਲੇ ਨੰਬਰ ਤੇ ਹੁੰਦੀ ਸੀ ਜੀ ਜੀ, ਲੇਕਿਨ ਜਿਹੜੀ ਕਰਜ਼ੇ ਦੀ ਬਿਮਾਰੀ ਸ਼ੁਰੂ ਕਿੱਥੋਂ ਹੋਈ ਹੈ, ਇਹ ਉਹ ਪੰਜਾਬ ਦੇ ਮਾੜੇ ਦੌਰ ਚੋਂ ਹੋਈ ਹੈ ਜੀ ਜੀ। ਉਦੋਂ 8500 ਕਰੋੜ ਰੁਪਇਆ ਚੜਿਆ ਸੀ ਸਾਡੇ ਸਿਰ। 8500 ਕਰੋੜ ਰੁਪਇਆ ਬਚਾਇਆ ਤਾਂ ਸਾਰਾ ਭਾਰਤ, ਬਚਾਇਆ ਸਾਰਾ ਭਾਰਤ ਨਾ। ਭਾਰਤ ਸਰਕਾਰ ਕਹਿੰਦੀ ਰਹੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਦੇਸ਼ ਦੀ ਲੜਾਈ ਲੜਦੇ,
ਸਾਡੇ ਬੰਦੇ ਮਾਰੇ ਗਏ, ਜੀ। ਚਾਹੇ ਉਹ ਪੁਲਿਸ 'ਚ ਮਾਰੇ ਗਏ, ਚਾਹੇ ਉਹ ਘਰਾਂ 'ਚ ਬੈਠੇ ਲੋਕ ਮਾਰੇ ਗਏ, ਚਾਹੇ ਉਹ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਖਾੜਕੂ ਲਹਿਰ ਨਾਲ ਜੁੜੇ ਮੁੰਡੇ ਸੀ ਉਹ ਮਾਰੇ ਗਏ। ਮਰੇ ਸਾਡੇ, ਪੱਟੇ ਅਸੀਂ ਗਏ, ਲੁੱਟੇ ਅਸੀਂ ਗਏ, ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋ ਗਿਆ। ਜੀ ਕਿੰਨਾ ਪੈਸਾ ਜਿਹੜਾ ਹੈਗਾ, ਜਿੰਨਾ ਪੈਸਾ ਇੱਥੇ ਲੱਗਿਆ ਸੀ ਉਹ ਸਾਰਾ ਸਾਥੋਂ ਕਰਾਉਣ ਵਾਸਤੇ ਕਰਜ਼ਾ ਸਾਡੇ ਤੇ ਪਾਤਾ। ਜੀ ਜੀ। ਔਰ ਇਹਦੇ 'ਚ ਵਾਰੀ ਇਹ ਵੀ ਦਾਅਵੇ ਕੀਤੇ ਗਏ ਜੀ ਕਰਜ਼ਾ ਮਾਫ ਹੋ ਗਿਆ, ਕਿਸੇ ਨੇ ਕੋਈ ਸਾਡਾ ਕਰਜ਼ਾ ਮਾਫ ਨਹੀਂ ਕੀਤਾ। ਉੱਥੋਂ ਗੱਲ ਪਹਿਲਾਂ ਉੱਥੋਂ ਗੱਲ ਚੜੀ, ਫਿਰ ਉਹ ਤੋਂ ਬਾਅਦ ਜਿਹੜਾ ਨਕੰਮਾ ਪ੍ਰਬੰਧ ਹੈ, ਜਿਹੜੀਆਂ ਸਰਕਾਰਾਂ ਬਾਅਦ ਦੀਆਂ ਆਈਆਂ ਉਹਨਾਂ ਸਰਕਾਰਾਂ ਨੇ ਉਵੇਂ ਖਰਚੇ ਰੱਖੇ। ਹੁਣ ਤੁਸੀਂ ਦੇਖੋ MLA ਨੂੰ ਗੱਡੀਆਂ ਦਿੱਤੀਆਂ ਵੀ, MPs ਨੂੰ ਗੱਡੀਆਂ ਦਿੱਤੀਆਂ, ਸਿਕਿਉਰਿਟੀਜ਼ ਦਿੱਤੀਆਂ ਵੀ। ਹੁਣ ਅਮਨਪੁਰ ਜਦੋਂ ਹਾਲਾਤ ਹੁਣ ਉਹਦਾ MLA ਤਾਂ ਛੱਡੋ ਜੀ, ਮੈਂ ਤਾਂ ਇੱਕ ਹੈਰਾਨਾ ਢਿੱਲੋਂ ਸਾਹਿਬ, ਜਦੋਂ ਸਰਕਾਰ ਹੁੰਦੀ ਹੈ, ਸਰਕਾਰ ਵਾਲੇ ਜਿਹੜੇ ਪੱਖੀ ਬੰਦੇ ਨੇ ਜਾਂ ਉਸ ਪਾਰਟੀ ਦੇ ਬੰਦੇ, ਉਹਨਾਂ ਨੂੰ ਆਪਦੀ ਸਰਕਾਰ 'ਚ ਇੰਨੀ ਕਿਸ ਤੋਂ ਜਿਹੜੀ ਆ ਉਹ ਡਰ ਲੱਗਣ ਲੱਗ ਪੈਂਦਾ ਕਿ ਉਹਨਾਂ ਨੂੰ ਜੀਪਾਂ, ਜਿਪਸੀਆਂ, ਕਮਾਂਡੋਆਂ ਦੀ ਲੋੜ ਪੈਂਦੀ ਹੈ। ਜਦੋਂ ਸੱਤਾ ਤੋਂ ਬਾਹਰ ਹੁੰਦੇ, ਜਦੋਂ ਲੋਕਾਂ ਨੇ ਉਹਨਾਂ ਦੇ ਗਲ ਪੈਣਾ ਹੁੰਦਾ, ਉਦੋਂ ਇਕੱਲੇ ਤੁਰੇ ਫਿਰਦੇ। ਗੱਲ ਤਾਂ ਇਹ ਹੈ ਕਿ ਜੇ ਤੁਸੀਂ, ਤੁਹਾਨੂੰ ਲੋਕਾਂ ਤੋਂ ਡਰ ਲੱਗਦਾ ਹੈ, ਤੁਹਾਨੂੰ ਗਨਮੈਨਾਂ ਦੀ ਲੋੜ ਹੈ, ਤੁਸੀਂ ਆਪਦਾ ਕੰਮ ਕਰੋ, ਤੁਹਾਨੂੰ ਲੀਡਰੀ ਕਰਨ ਦੀ ਕੀ ਲੋੜ ਹੈ? ਹਾਂਜੀ, ਲੀਡਰ ਜਿਹੜੇ ਹੁੰਦੇ ਆ ਉਹ ਲੋਕਾਂ ਦੇ ਲੀਡਰ ਹੁੰਦੇ ਆ, ਲੋਕਾਂ ਦੇ ਨੇਤਾ ਹੈ। ਤੇ ਜੇ ਲੋਕਾਂ ਦੇ ਨੇਤਾ ਲੋਕਾਂ ਤੋਂ ਡਰਦੇ ਆ ਤਾਂ ਫਿਰ ਉਹਨਾਂ ਨੂੰ ਲੀਡਰ ਰਹਿਣ ਦਾ ਹੱਕ ਹੀ ਕੋਈ ਨਹੀਂ। ਹਾਂ ਬਿਲਕੁਲ ਜੀ। ਮੈਂ ਤੁਹਾਡੇ ਯਾਦ ਕਰਾਉਣਾ, ਹੁਣ ਬੰਦਾ ਇਸ ਦੁਨੀਆ 'ਚ ਰਿਹਾ ਨਹੀਂ, ਮਰ ਗਿਆ। ਰਜਿੰਦਰ ਸਿੰਘ ਆਪਣੇ ਬਠਿੰਡੇ SSP ਆ ਗਿਆ ਜੀ, ਤੇ ਮੈਂ ਕਿਸੇ ਕੰਮ ਨੂੰ ਮਿਲਣ ਵਾਸਤੇ ਗਿਆ, ਉਹ ਡਾਕ ਕੱਢੀ ਜਾਂਦਾ ਸੀਗਾ, ਡੈਪੂਟੇਸ਼ਨ ਸੀ, ਕਹਿੰਦਾ ਬਹਿ ਜਾਓ ਤੁਸੀਂ, ਮੈਂ ਆ ਵੇਖ ਲਾਂ। ਡਾਕ ਕੱਢਦੇ ਨੇ ਜੀ ਇੱਕ ਉਹਨੇ ਮੈਨੂੰ ਐਪਲੀਕੇਸ਼ਨ ਜਦੋਂ ਆ ਗਈ, ਕਹਿੰਦਾ ਪੜ੍ਹ ਲਓ ਆ। ਮੈਂ ਪੜ੍ਹ ਲਿਆ ਤੇ ਉਹ ਇੱਕ ਪਾਰਟੀ ਦਾ ਲੀਡਰ ਸੀ, ਉਹਨੇ ਕਿਹਾ ਜੀ ਵੀ ਮੈਂ ਅੱਤਵਾਦ ਦੇ ਖਿਲਾਫ ਬੜਾ ਲੜਦਾ ਜੀ, ਮੈਂ ਆਪਦੀ ਪਾਰਟੀ ਦਾ ਪਿਛਲੇ 25 ਸਾਲਾਂ ਤੋਂ ਇਸ ਅਹੁਦੇ ਤੇ ਕੰਮ ਕਰ ਰਿਹਾ, ਜੇ ਮੈਂ ਨਾਂ ਲੈਤਾ ਵੀ ਅਹੁਦੇ ਕਿਹੜੀ ਤੇ ਲੋਕ ਸਮਝ ਲੈਣਗੇ। ਮੈਂ ਕਿਉਂਕਿ ਬੰਦਾ ਰਿਹਾ ਨਹੀਂ ਇਸ ਦੁਨੀਆ ਦੇ ਵਿੱਚ, ਇਸ ਕਰਕੇ ਮੈਂ ਨਾਂ ਲੈ ਲਈਏ। ਕਹਿੰਦਾ ਜੀ ਮੈਂ ਇਸ ਅਹੁਦੇ ਤੇ ਇੰਨੇ ਚਿਰ ਤੋਂ ਬਣਿਆ ਆ ਰਿਹਾ, ਤੇ ਉਹ ਮੈਨੂੰ SSP ਮੈਂ ਕਿਹਾ ਪੜ੍ਹ ਲਈ ਜੀ। ਪੜ੍ਹ ਕੇ ਮੈਨੂੰ ਕਹਿੰਦਾ ਯਾਰ ਖਾੜਕੂ ਕਿੱਧਰ ਗਏ? ਮੈਂ ਕਿਹਾ ਕੀ ਗੱਲ ਹੈ? ਕਹਿੰਦੇ ਬੰਦਾ ਆਪਦੀ ਪਾਰਟੀ ਤੇ ਵੀ ਬੋਝ ਹੈ, ਧਰਤੀ ਤੇ ਵੀ ਬੋਝ ਹੈ। ਜਿਹੜੇ ਬੰਦੇ 'ਚ ਇੰਨੀ ਸਟੈਗਨੇਸ਼ਨ ਹੈ ਕਿ 25 ਸਾਲਾਂ ਤੋਂ ਇੱਕੋ ਅਹੁਦੇ ਤੇ ਬੈਠਾ ਹੈ, ਤੇ ਇਹ ਜਿਉਂਦਾ ਰਹਿ ਕੇ ਕਰਨਾ ਵੀ ਕੀ ਹੈ? ਐਵੇਂ ਕਿਉਂ ਕਹਿੰਦਾ ਭਲੇ ਲੋਕਾਂ ਨੂੰ ਮਾਰਦੇ ਫਿਰਦੇ, ਇਹੋ ਜਿਹੇ ਨੂੰ ਮਾਰ ਦੇਣ ਕਿਸੇ ਨੂੰ। ਉਹ ਗੱਲ ਇਹ ਹੈ ਨਾ ਕਿ ਜਿਹੜੇ ਲੋਕਾਂ ਨੂੰ, ਮੈਂ ਹੁਣ SSP ਦੀ ਇਹ ਗੱਲ ਨਾਲ ਮੈਂ ਸਹਿਮਤ ਨਹੀਂ ਵੀ ਉਹ ਗੱਲ ਕਵੇ, ਕਿਉਂਕਿ ਉਹਨੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ। ਪਰ ਵੱਡੀ ਗੱਲ ਇਹ ਕਿ ਜਿਹੜੇ ਲੋਕਾਂ ਨੂੰ, ਜਿਹੜੇ ਲੀਡਰਾਂ ਨੂੰ ਲੋਕਾਂ ਤੋਂ ਡਰ ਲੱਗਦਾ, ਤਾਂ ਫਿਰ ਜ਼ਰੂਰੀ ਉਹਨੇ ਨੇਤਾਗਿਰੀ ਕਰਨੀ, ਫਿਰ ਉਹ ਆਪਦੀ ਖੇਤੀਬਾੜੀ ਕਰਨ ਜਾਂ ਜਿਹੜਾ ਉਹਨਾਂ ਦਾ ਬਿਜ਼ਨਸ ਆ ਉਹ ਕਰ ਲੈਣ। ਪਰ ਲੋਕਾਂ ਦੇ ਉੱਤੇ ਬੋਝ ਜਿਹੜਾ ਪੈਂਦਾ, ਜਿਹੜਾ ਖਜ਼ਾਨੇ ਤੇ ਬੋਝ ਪੈਂਦਾ, ਇਹਦੀ ਵਜ੍ਹਾ ਕਰਨ ਫਜ਼ੂਲ ਖਰਚੀ ਹੈ ਜਿਹੜੀ ਫਜ਼ੂਲ ਖਰਚੀ। ਤੇ ਢਿੱਲੋਂ ਸਾਹਿਬ ਫਿਰ ਅਕਾਲੀ ਵਿਧਾਇਕਾਂ ਦਾ ਕੀ ਬਣਿਆ ਜੀ? ਬਾਹਰ ਤੁਰੇ ਫਿਰਦੇ ਸੀਗੇ ਵਿਚਾਰੇ, ਉਹਨਾਂ ਦੇ ਪੁਲਿਸ ਕਿਤੇ ਇੱਧਰੋਂ ਪਾਣੀ ਦੀ ਸਿੱਟ ਦਿੰਦੀ ਸੀ, ਕਿਤੇ ਕੁਛ ਹੋ ਜਾਂਦਾ ਸੀ। ਦੇਖੋ ਅਕਾਲੀ ਵਿਧਾਇਕਾਂ ਨੇ ਜਿਹੜਾ ਪੰਗਾ ਕਈ ਵਾਰੀ ਆਪਦੀ ਆਪ ਲੈ ਲੈਂਦੇ, ਕਿਉਂਕਿ ਅੱਜ ਕੱਲ੍ਹ ਲੋਕ ਸੇਵਾ ਤਾਂ ਘੱਟ ਹੁੰਦੀ ਹੈ, ਹਾਜ਼ਰੀ ਵਾਲੀ ਹੁੰਦੀ ਜੀ, ਕਿ ਅਖਬਾਰਾਂ ਦੀਆਂ ਸੁਰਖੀਆਂ 'ਚ ਆ ਜਾਈਏ ਕਿ ਇਹ ਬੰਦੇ ਨੇ ਆਹ ਕੀਤਾ ਤੇ ਆਹ ਕੀਤਾ। ਆਪਾਂ ਨੂੰ ਪਤਾ ਵੀ ਜਿਹੜਾ ਗਵਰਨਰ ਦਾ ਐਡਰੈਸ ਹੁੰਦਾ ਹੈ, ਗਵਰਨਰ ਦੇ ਐਡਰੈਸ ਦੇ ਉੱਤੇ ਸਾਰੇ ਜਿਹੜੀਆਂ ਵੱਖ-ਵੱਖ ਪਾਰਟੀਆਂ ਨੂੰ ਮੌਕਾ ਮਿਲਦਾ, ਹਰ ਇੱਕ ਬੰਦਾ ਆਪਣੀ ਗੱਲ ਕਹਿੰਦਾ, ਤੇ ਉਹਦਾ ਜਵਾਬ ਜਿਹੜਾ ਹੈਗਾ ਮੁੱਖ ਮੰਤਰੀ ਨੇ ਦੇਣਾ ਹੁੰਦਾ ਹੈ। ਜਦੋਂ ਮੁੱਖ ਮੰਤਰੀ ਜਵਾਬ ਦੇਣ ਲੱਗਿਆ ਸੀ ਤੇ 3 ਵਾਰੀ ਉਹਦੇ ਜਵਾਬ ਦੇ ਵਿੱਚ ਵਿਘਨ ਪਾਇਆ, ਚੇਤਾਵਨੀਆਂ ਦਿੱਤੀਆਂ, ਸਪੀਕਰ ਨੇ ਗੱਲ ਨਾ ਸੂਤ ਆਈ, ਤੇ ਅਖੀਰ ਉਹਨੇ ਉਹਨਾਂ ਨੂੰ ਸਸਪੈਂਡ ਕਰਤਾ। ਉਹ ਨਹੀਂ ਨਿਕਲ ਰਹੀ ਸੀ, ਮਾਰਸ਼ਲਸ ਨੂੰ ਹੁਕਮ ਦਿੱਤਾ ਕਿ ਇਹਨਾਂ ਨੂੰ ਬਾਹਰ ਕੱਢ ਦਿੱਤੇ, ਉਹਨਾਂ ਨੂੰ ਬਾਹਰ ਕੱਢਤਾ। ਉਹ ਸਸਪੈਂਡ ਸੀ, ਉਧਰੋਂ ਬਜਟ ਪੇਸ਼ ਹੋਣਾ ਸੀ ਕੱਲ। ਲੇਕਿਨ ਮੈਂ ਇੱਕ ਗੱਲ ਕਹੂੰਗਾ ਕਿ ਜਿਹੜੇ ਸੰਜੀਦਾ ਸਿਆਸਤਦਾਨ ਹੈ, ਸੁਨੀਲ ਜਾਖੜ ਉਹਨਾਂ 'ਚ ਆਉਂਦਾ ਹੈ। ਸੁਨੀਲ ਜਾਖੜ ਨੇ ਸਭ ਤੋਂ ਪਹਿਲਾਂ ਇਹ ਡਿਮਾਂਡ ਕੀਤੀ, ਰੂਲਿੰਗ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਸਟੇਟ ਦਾ, ਉਹਨੇ ਸਪੀਕਰ ਨੂੰ ਬੇਨਤੀ ਕੀਤੀ ਕਿ ਸਪੀਕਰ ਸਾਹਿਬ ਬਜਟ ਦੇ ਉੱਤੇ ਬਹਿਸ ਹੋਣੀ ਹੈ, ਜੇ ਆਪੋਜੀਸ਼ਨ ਨਾ ਹੋਈ ਤਾਂ ਮਾੜੀ ਗੱਲ, ਇਹ ਗੱਲ ਠੀਕ ਨਹੀਂ। ਹਾਲਾਂਕਿ ਆਪੋਜੀਸ਼ਨ ਦੇ ਲੀਡਰ ਜਿਹੜੇ ਆ ਮਿਸਟਰ ਹਰਪਾਲ ਸਿੰਘ ਚੀਮਾ ਉਹ ਹੈਗੇ, ਅਕਾਲੀ ਦਲ ਭਾਵੇਂ ਉਹਦੇ ਕੋਲੇ ਆਪੋਜੀਸ਼ਨ ਦਾ ਰੁਤਬਾ ਨਹੀਂ, ਪਰ ਅਕਾਲੀ ਦਲ ਦੇ ਕੋਲੇ ਬੋਲਣ ਵਾਲੇ ਵਿਧਾਇਕ ਹੈਗੇ, ਜਿਨ੍ਹਾਂ ਦੇ ਵਿੱਚੋਂ ਆਪਾਂ ਨੂੰ ਮੰਨਣਾ ਪੈਣਾ ਹੈ ਕਿ ਲੀਡਰ ਭਾਵੇਂ ਸ਼ਰਨਜੀਤ ਸਿੰਘ ਢਿੱਲੋਂ ਹੈ, ਲੇਕਿਨ ਅਸਲ ਭੂਮਿਕਾ ਨਿਭਾਉਂਦਾ ਹੈ ਬਿਕਰਮ ਮਜੀਠੀਆ। ਬਿਲਕੁਲ। ਔਰ ਸ਼ਰਨਜੀਤ ਢਿੱਲੋਂ ਬੋਲਦਾ ਨਹੀਂ, ਤੇ ਬਿਕਰਮ ਸਿੰਘ ਮਜੀਠੀਆ ਬਹੁਤ ਵਧੀਆ ਤਰੀਕੇ ਨਾਲ ਆਪਦੀ ਪਾਰਟੀ ਦਾ ਪੱਖ ਰੱਖਦਾ, ਲੋਕਾਂ ਦਾ ਵੀ ਪੱਖ ਰੱਖਦਾ, ਕਿ ਉਹ ਆ ਕੇ ਆਪਣੀ ਗੱਲ ਕਹਿਣ। ਨਾਲ ਦੀ ਨਾਲ ਹੀ ਫਿਰ ਜਾਖੜ ਸਾਹਿਬ ਦੇ ਬਿਆਨ ਤੋਂ ਬਾਅਦ ਮਜੀਠੀਆ ਦਾ ਬਿਆਨ ਵੀ ਆ ਗਿਆ ਕਿ ਸਾਨੂੰ ਜਾਣ ਬੁੱਝ ਕੇ ਬਜਟ ਨੂੰ ਮੁੱਖ ਰੱਖਦਿਆਂ ਹੋਇਆਂ ਬਾਹਰ ਕੱਢਿਆ ਗਿਆ ਕਿ ਅਸੀਂ ਬਜਟ ਦੇ ਵਿੱਚ ਬਹਿਸ ਨਾ ਕਰ ਲਈਏ। ਕੱਲ ਫਿਰ ਜਦੋਂ ਸੈਸ਼ਨ ਜੁੜਿਆ, ਪਹਿਲਾ ਐਲਾਨ ਹੀ ਇਹ ਕੀਤਾ ਸਪੀਕਰ ਸਾਹਿਬ ਨੇ ਕਿ ਅਕਾਲੀ ਵਿਧਾਇਕਾਂ ਦੀ ਜਿਹੜੀ ਆ ਮੁਅੱਤਲੀ ਰੱਦ ਕੀਤੀ ਜਾਂਦੀ ਹੈ, ਤਾਂ ਕਿ ਉਹ ਜਿਹੜੀ ਬਜਟ ਦੀ ਬਹਿਸ ਵਿੱਚ ਹਿੱਸਾ ਲੈ ਸਕਣ। ਉਸ ਵੇਲੇ 2 ਅਕਾਲੀ ਸੀ ਜਿਹੜੇ ਬੈਠੇ ਸੀ, ਇੱਕ ਤਾਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਸੀ, ਪ੍ਰੇਮ ਸਿੰਘ ਚੰਦੂਮਾਜਰਾ ਦਾ ਬੇਟਾ, ਇੱਕ ਕੋਈ ਹੋਰ ਸੀ, ਉਹਦਾ ਨਾਮ ਮੇਰੇ ਨਿਕਲ ਗਿਆ ਦਿਮਾਗ ਦੇ ਵਿੱਚੋਂ। 2 ਬੰਦੇ ਸੀ, ਬਾਕੀ ਬਾਹਰ ਸੀ ਇਹਨਾਂ ਦੇ ਬੰਦੇ।
ਔਰ ਉਹਨਾਂ ਨੂੰ ਉਹਨਾਂ ਨੇ ਕਹਿਤਾ ਆ ਜਾਓ। ਡੈਮੋਕ੍ਰੇਸੀ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦੀ। ਹੁਣ ਜੇ ਆਪਾਂ ਦੇਖੀਏ ਸਾਡਾ ਗੁਆਂਢੀ ਰਾਜ ਹੈ ਹਿਮਾਚਲ ਪ੍ਰਦੇਸ਼। ਜੀ ਜੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਗਵਰਨਰ ਦੇ ਨਾਲ ਹੱਥੋਂ ਪਾਈ ਹੋਈ ਹੈ ਦੱਸੋ ਕਿੱਡੀ ਬਣ ਵਿਧਾਇਕਾਂ ਦੀ। ਪਰ ਇਹਦੇ ਬਾਵਜੂਦ ਵੀ ਉੱਥੋਂ ਦੀ ਸਰਕਾਰ ਨੇ, ਉੱਥੋਂ ਦੇ ਜਿਹੜੇ ਸਪੀਕਰ ਸਾਹਿਬ ਹੈ, ਉਹਨਾਂ ਨੇ ਆਪੋਜੀਸ਼ਨ ਦੇ ਨਾਲ ਰਾਏ ਮਸ਼ਵਰਾ ਕਰਕੇ ਜੀ ਉਹਨਾਂ ਨੂੰ ਬਹਾਲ ਕੀਤਾ। ਔਰ ਇਹਦੇ ਵਿੱਚ ਮੈਂ ਕਹੂੰਗਾ ਕਿ 2 ਬੰਦਿਆਂ ਦਾ ਵੱਡਾ ਰੋਲ ਹੈ, ਸ਼ਾਂਤਾ ਕੁਮਾਰ ਤੇ ਵੀਰਭੱਦਰ ਸਿੰਘ ਜੀ, ਕਿਉਂਕਿ ਸ਼ਾਂਤਾ ਕੁਮਾਰ ਤੇ ਵੀरभद्र सिंह मिले आपस में। शांता कुमार बीजेपी का वेटरन लीडर है जी और ਵੀरभੱਦਰ ਸਿੰਘ ਕਾਂਗਰਸ ਦਾ वेटरन लीडर है। उन्होंने दोनों ने आपसी समझ बनाई, वो समझ जी हैगी उन्होंने कन्वे की आपो अपन पार्टियां जी जी। और एक डेमोक्रेसी के वास्ते सेहतमंद डेमोक्रेसी लिए जरूरी है कि आपोजिशन जी उत्थे अपना रोल होनी चाहिए, होनी भी चाहिए, रोल भी अदा करे। ये भी बहुत वधिया गल की स्पीकर साहब ने और मैं ये कंग्रेचुलेट करूंगा सुनील जाखड़ को जी। बहुत अच्छी गल है। तो ढिल्लों साहब, इंडिया, ਭਾਰਤ, ਹਿੰਦੁਸਤਾਨ 3 ਨਾਂ ਨੇ ਜੀ। ਪਰ ਕਹਿੰਦੇ ਕੋਈ ਕਹਿੰਦਾ ਹੁਣ ਇਹ ਹਿੰਦੁਸਤਾਨ ਨਹੀਂ, ਕਹਿੰਦੇ ਮੋਦੀਸਤਾਨ ਬਣਨ ਨੂੰ ਜਾ ਰਿਹਾ। ਇਹ ਕੋਈ ਹੋਰ ਨਹੀਂ ਕਹਿੰਦਾ ਜੀ, ਫੇਅਰ ਬ੍ਰਾਂਡ ਲੀਡਰ ਜੀ ਮਮਤਾ ਬੈਨਰਜੀ ਕਹਿੰਦੀ ਹੈ। ਅੱਛਾ ਜੀ, ਮੁੱਖ ਮੰਤਰੀ ਹੈ ਹਾਂ ਹਾਂ ਆਪਣੀ ਬੰਗਾਲ ਦੀ ਜੀ, ਤੇ ਉਹਨੂੰ ਗੱਦੀ ਤੋਂ ਲਾਉਣ ਵਾਸਤੇ ਪੂਰਾ ਯਤਨ ਭਾਰਤੀ ਜਨਤਾ ਪਾਰਟੀ ਵੱਲੋਂ ਲਾਇਆ ਹੋਇਆ ਜੀ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਵੀ ਉਹਨਾਂ ਨੇ ਇੱਕ ਰੈਲੀ ਵੀ ਕੀਤੀ ਸੀ ਤੇ ਅੱਜ ਉਸ ਰੈਲੀ ਦਾ ਹੀਜ ਪਿਆ ਸਾਰਾ ਹੀ ਨੰਗਾ ਹੋ ਗਿਆ ਜੀ। ਉਹ ਕਹਿੰਦੇ ਜਿਹੜੀ ਰੈਲੀ ਕੀਤੀ ਸੀ ਕਿ ਐਡਾ ਵੱਡਾ ਇਕੱਠ ਬ੍ਰਿਗੇਡ ਮੈਦਾਨ ਦੇ ਵਿੱਚ ਪਹਿਲਾਂ ਕਦੇ ਹੋਇਆ ਹੀ ਨਹੀਂ। ਜਿਹੜੀਆਂ ਤਸਵੀਰਾਂ ਬੀਜੇਪੀ ਦੇ ਲੀਡਰਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀਆਂ, ਉਹਨਾਂ ਤਸਵੀਰਾਂ ਦੇ ਵਿੱਚ ਜਿਹੜੀ ਕੁਝ ਦਿਨ ਪਹਿਲਾਂ ਖੱਬੇ ਪੱਖੀਆਂ ਦੀ ਰੈਲੀ ਹੋਈ ਸੀ, ਕਾਂਗਰਸ ਪਾਰਟੀ ਵੀ ਵਾਲੇ ਵੀ ਉਹਦੇ ਵਿੱਚ ਸ਼ਾਮਲ ਸੀ ਤੇ ਬੜੀ ਵਿਸ਼ਾਲ ਰੈਲੀ ਹੋਈ ਸੀ, ਚੱਕ ਕੇ ਤਸਵੀਰਾਂ ਉਹ ਪਾ ਦਿੱਤੀਆਂ। ਅੱਛਾ ਜੀ। ਜਿਹੜੇ ਕਹਿੰਦੇ ਸੀ ਕਮਿਊਨਿਸਟ ਤਾਂ ਮਰ ਗਏ, ਉਹ ਤਾਂ ਬੰਗਾਲ ਦੀ ਖਾੜੀ 'ਚ ਸੁੱਟਦੇ ਜੀ, ਉਹਨਾਂ ਦੇ ਇਕੱਠ ਨੂੰ ਆਪਦਾ ਇਕੱਠ ਦਿਖਾਇਆ ਗਿਆ। ਗਾਂਗੁਲੀ ਵਾਲੀ ਗੱਲ ਆਪਾਂ ਕੱਲ ਕਰ ਚੁੱਕੇ ਸੀ ਕਿ ਉਹ ਆਇਆ ਨਹੀਂ ਤੇ ਉਹਨੂੰ ਲੈ ਆਂਦਾ ਆਪਣੇ ਨੂੰ ਮਿਥੁਨ ਚੱਕਰਵਰਤੀ ਨੂੰ। ਜੀ ਜੀ। ਮਿਥੁਨ ਚੱਕਰਵਰਤੀ ਨੇ ਕੱਲ ਸਾਰਾ ਕੁਛ ਹੀ ਖੋਲਤਾ। ਮਿਥੁਨ ਚੱਕਰਵਰਤੀ ਜਦੋਂ ਆਇਆ ਕੱਲ ਉਹਦੇ ਤੇ ਇੱਕ ਟੀਵੀ ਡਿਬੇਟ 'ਚ ਕਹਿੰਦਾ ਮੈਂ ਤਾਂ ਨਾਗ ਆ। ਕਹਿੰਦਾ ਨਹੀਂ ਨਾਗ ਤਾਂ ਉਹਨੇ ਕਿਹਾ ਸੀ ਜਦੋਂ ਮੰਚ ਸਾਂਝਾ ਕੀਤਾ ਨਰਿੰਦਰ ਮੋਦੀ ਨਾਲ, ਉਦੋਂ ਨੇ ਕਿਹਾ ਸੀ ਮੈਂ ਕੋਬਰਾ ਹਾਂ, ਜਿਹਨੂੰ ਮੈਂ ਦੱਸ ਦਿਆਂ ਜੀ ਉਹ ਬੰਦਾ ਪਾਣੀ ਨਹੀਂ ਪੀਂਦਾ ਮਰ ਜਾਂਦਾ। ਕੱਲ ਜਦੋਂ ਕਿਸੇ ਡਿਬੇਟ ਦੇ ਵਿੱਚ ਬਹਾ ਲਿਆ ਜੀ ਤੇ ਸਵਾਲ ਕਰਨੇ ਸ਼ੁਰੂ ਕਰਤੇ, ਕਹਿੰਦੇ ਜੀ ਦੱਸੋ ਫਿਰ ਦਲ ਬਦਲੀ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ। ਕਹਿੰਦਾ ਵੀ ਦਲ ਬਦਲੀ ਕੀ? ਉਹ ਕਹਿੰਦੇ ਜੀ ਕਦੇ ਤੁਸੀਂ ਕਾਮਰੇਡਾਂ ਨਾਲ ਹੁੰਦੇ ਸੀ, ਫਿਰ ਤੁਸੀਂ ਮਮਤਾ ਬੈਨਰਜੀ ਨਾਲ ਹੋ ਗਏ, ਹੁਣ ਤੁਸੀਂ ਬੀਜੇਪੀ ਜੁਆਇਨ ਕਰ ਗਏ ਤੇ ਕੋਬਰਾ ਸਾਹਿਬ ਫਿਰ ਕੀ ਬੋਲਦੇ ਜੀ? ਕਹਿੰਦੇ ਯਾਰ ਮੈਂ ਤਾਂ ਉੱਡਦਾ ਕਾਂ ਹੈ। ਅੱਛਾ, ਕਾਂ ਬਣ ਗਿਆ, ਉੱਡਿਆ ਜਾਂਦਾ ਕਾਂ ਸੀ। ਕਹਿੰਦਾ ਇੱਕ ਡਾਣੀ ਤੇ ਬਹਿ ਗਿਆ, ਡਾਣੀ ਤੇ ਬਹਿਣ ਦੇ ਨਾਲ ਕਹਿੰਦਾ ਤੁਸੀਂ ਯਾਰ ਮੈਨੂੰ ਐਵੇਂ ਹੀ ਦੂਜੇ ਪਾਸੇ ਲਈ ਜਾਂਦੇ ਹੋ। ਤੇ ਇਹ ਕਹਿ ਕੇ ਜੀ ਉਹ ਨਾਲ ਦੀ ਨਾਲ ਹੀ ਵੀ ਸਵਾਲ ਇਹਦੂ ਬਾਅਦ ਹੋਰ ਸਖਤ ਹੋਣਗੇ, ਉਹ ਉੱਠ ਕੇ ਤੁਰ ਗਏ। ਜਦੋਂ ਉਹ ਤੁਰ ਗਏ ਤੇ ਪੱਤਰਕਾਰ ਫਿਰ ਤੁਹਾਨੂੰ ਪਤਾ ਵੀ ਛੱਡਦੇ ਤਾਂ ਹੈ ਨਹੀਂ, ਉਹਨਾਂ ਨੇ ਜੀ ਫਿਰ ਬਹੀ ਖਾਤਾ ਖੋਲ ਲਿਆ ਵੀ ਵੇਖੀਏ ਕੀ ਹੈ। ਇਹ ਜੀ ਇਹਦੇ ਬੇਟੇ ਦੇ ਖਿਲਾਫ ਇੱਕ ਬੀਬੀ ਨੇ ਰੇਪ ਦਾ ਪਰਚਾ ਦਰਜ ਕਰਾਇਆ। ਉਹ ਪਰਚਾ ਜਿਹੜਾ ਹੈਗਾ ਅਕਤੂਬਰ ਮਹੀਨੇ 17 'ਚ ਕਿਤੇ ਹੋਇਆ ਸੀ, 17-18 'ਚ ਜੋ ਵੀ ਹੋਇਆ, ਉਹਦੇ 'ਚ ਜਿਹੜੀ ਉਹ ਬੀਬੀ ਹੈ ਉਹਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਜੀ। ਪਰ ਬੀਬੀ ਤੋਂ ਕਹਿੰਦੇ ਵੀ ਬੀਬੀ ਨੇ ਆਪ ਨਹੀਂ ਕਰਵਾਇਆ, ਬੀਬੀ ਨੂੰ ਕਿਸੇ ਨੇ ਤੁਖਣੀ ਵੀ ਲਾਈ ਸੀ ਜੀ, ਕਿਉਂਕਿ ਅਸਲ ਦੇ ਵਿੱਚ ਉਹਦੇ ਨਾਲ ਰਿਲੇਸ਼ਨ ਤਾਂ ਸੀਗੇ ਤੇ ਉਹ ਰਿਲੇਸ਼ਨਾਂ ਦੇ ਚੱਲਦਿਆਂ ਥੋੜਾ ਬਹੁਤਾ ਵਿੱਚ ਵਿਗਾੜ ਪੈ ਗਿਆ। ਅੱਛਾ, ਵਿਗਾੜ ਪੈ ਹੀ ਜਾਂਦਾ ਤੇ ਅਕਸਰ ਫਿਰ ਉਹ ਚੱਕ ਕੇ ਉਹ ਸਾਰਾ ਕੁਝ ਕਰਵਾ ਲਿਆ। ਔਰ ਨਾਲ ਉਸ ਬੀਬੀ ਨੇ ਸਟੇਟਮੈਂਟ ਇਹ ਵੀ ਦਿੱਤੀ ਸੀ ਜੀ ਕਿ ਜਦੋਂ ਮੈਂ ਘਰੇ ਇਹਨਾਂ ਦੇ ਪ੍ਰੋਟੈਸਟ ਕਰਨ ਵਾਸਤੇ ਗਈ, ਲਾਂਭਾ ਲੈ ਕੇ ਗਈ ਤਾਂ ਜਿਹੜੇ ਮਿਥੁਨ ਚੱਕਰਵਰਤੀ ਦੀ ਵਾਈਫ ਸੀ ਉਹਨੇ ਵੀ ਮੈਨੂੰ ਅਵਾ ਤਵਾ ਬੋਲਿਆ, ਮੈਨੂੰ ਧਮਕੀਆਂ ਦਿੱਤੀਆਂ। ਅੱਛਾ, ਕੇਸ ਦੇ ਵਿੱਚ ਉਹ ਵੀ ਸ਼ਾਮਲ ਹੈ। ਉਹ ਫਿਰ ਕਈ ਵਾਰੀ ਬਾਹਮ ਰੋਡ ਨਾਲ ਹੀ ਗੱਲ ਹੁੰਦੀ ਹੈ, ਇਹ ਤਾਂ ਹੁੰਦੀ ਹੈ। ਪਰ ਹੁਣ ਜਿਹੜੀ ਮਮਤਾ ਬੈਨਰਜੀ ਨੇ ਇਹ ਗੱਲ ਕਹੀ, ਉਹਨੇ ਕਿਉਂ ਕਹੀ? ਉਹ ਕਹਿੰਦੀ ਜੀ ਇੱਕ ਨਾ ਹੁਣ ਜਿਹੜੇ ਆ ਵੈਕਸੀਨੇਸ਼ਨ ਲੱਗਦੀ ਹੈ ਕਰੋਨਾ ਵਾਲੀ, ਵੈਕਸੀਨੇਸ਼ਨ ਤਾਂ ਸਾਰੀ ਦੁਨੀਆ 'ਚ ਲੱਗਦੀ ਹੈ ਹਾਂਜੀ, ਲੇਕਿਨ ਸਾਰੀ ਦੁਨੀਆ ਦੇ ਵਿੱਚ ਹੋਰ ਕਿਤੇ ਸਰਟੀਫਿਕੇਟ ਨਹੀਂ ਦਿੱਤਾ ਇਹਦਾ। ਅੱਛਾ ਜੀ। ਜੇ ਹੁਣ ਤੁਸੀਂ ਜਾਓਗੇ ਸਿਵਲ ਹਸਪਤਾਲ ਦੇ ਵਿੱਚ ਵੀ ਮੈਂ ਟੀਕਾ ਲਵਾਉਣਾ ਹੈ, ਉੱਥੇ ਤੁਹਾਨੂੰ ਇੱਕ ਸਰਟੀਫਿਕੇਟ ਦਿੱਤਾ ਜਾਊ ਜੀ ਕਿ ਆ ਲਓ ਜੀ ਸਰਟੀਫਿਕੇਟ। ਸ਼ਾਇਦ ਤੁਹਾਨੂੰ ਨਾ ਦੇਣ, ਮਤਲਬ ਕਿ ਇਹਦੀ ਤਸਵੀਰਾਂ ਹਸਤੇ ਆ ਜਾਂਦਾ। ਉਹ ਸਰਟੀਫਿਕੇਟ ਦੇ ਉੱਤੇ ਤਸਵੀਰ ਜਿਹੜੀ ਹੈ ਨਰਿੰਦਰ ਮੋਦੀ ਦੀ ਲੱਗੀ ਹੈ। ਅੱਛਾ ਜੀ, ਵੀ ਇਹ ਕੰਮ ਨਰਿੰਦਰ ਮੋਦੀ ਨੇ ਕੀਤਾ ਹੈ। ਇਹਦੀ ਸ਼ਿਕਾਇਤ ਕੀਤੀ ਮਮਤਾ ਬੈਨਰਜੀ ਦੀ ਪਾਰਟੀ ਨੇ। ਚਲੋ ਪਹਿਲੀ ਵਾਰ ਹੈ ਵੀ ਚੋਣ ਕਮਿਸ਼ਨ ਨੇ ਇਹਦਾ ਨੋਟਿਸ ਲਿਆ, ਹਟਾਤੀ। ਉਹ ਹਟਾਤੀ। ਹੁਣ ਮਮਤਾ ਬੈਨਰਜੀ ਕਹਿੰਦੀ ਹੈ ਵੀ ਵੇਖੋ ਇਹ ਸਾਡਾ ਪ੍ਰਧਾਨ ਮੰਤਰੀ ਕਿਹੋ ਜਿਹਾ ਹੈ।
ਕਹਿੰਦੇ ਵੀ ਆਹ ਸਰਟੀਫਿਕੇਟ ਵੀ ਜਾਰੀ ਕਰਤੇ, ਇਹਨਾਂ ਦੀ ਲੋੜ ਹੀ ਨਹੀਂ ਸੀ, ਚੋਣ ਕਮਿਸ਼ਨ ਨੇ ਹਟਾ ਤੇ ਵੱਖਰੀ ਗੱਲ ਹੈ। ਇਸ ਪ੍ਰਧਾਨ ਮੰਤਰੀ ਨੇ ਕਹਿੰਦੇ ਵੀ ਉਹ ਜਿਹੜਾ ਗੁਜਰਾਤ ਵਾਲਾ ਇੱਕ ਵੱਡਾ ਸਟੇਡੀਅਮ ਸੀ ਜਿਹੜਾ ਸਰਦਾਰ ਪਟੇਲ ਨੂੰ ਸਮਰਪਿਤ ਸੀ ਜੀ, ਪਟੇਲ ਦਾ ਨਾਮ ਲਿਖਿਆ ਸੀ, ਉਹਦਾ ਇੰਤਕਾਲ ਵੀ ਕਹਿੰਦੀ ਆਪਦੇ ਨਾਲ ਕਰਾ ਗਿਆ, ਉਹ ਵੀ ਆਪਦੇ ਨਾਲ ਕਰਵਾ ਲਿਆ। ਹੁਣ ਹੋਰ ਤਾਂ ਕੁਛ ਰਿਹਾ ਨਹੀਂ, ਕੋਈ ਵੀ ਸਕੀਮ ਕੁਛ ਵੀ ਹੋਵੇ ਹਰ ਥਾਂ ਦੇ ਉੱਤੇ ਨਰਿੰਦਰ ਮੋਦੀ ਆ ਜਾਂਦਾ ਜੀ। ਇੱਕ ਕਹਿੰਦੀ ਦੇਸ਼ ਰਹਿ ਗਿਆ, ਇਹ ਭਾਰਤ ਹਿੰਦੁਸਤਾਨ ਸ਼ਾਇਦ ਕਹਿੰਦੀ ਜੇ ਆਹੀ ਹਾਲਤ ਰਹੀ ਜੀ ਤੇ ਇਹ ਮੋਦੀਸਤਾਨ ਵੀ ਬਣ ਸਕਦਾ, ਮੋਦੀਸਤਾਨ ਵੀ ਬਣ ਸਕਦਾ। ਮਮਤਾ ਬੈਨਰਜੀ ਨੇ ਜੋ ਗੱਲ ਕਹੀ ਹੈ ਉਹਦੀ ਗੱਲ ਬਿਲਕੁਲ ਦਮਦਾਰ ਹੈ, ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਜਿਹੋ ਜੀ ਸਾਡੇ ਪ੍ਰਧਾਨ ਮੰਤਰੀ ਦੇ ਵਿੱਚ ਇੱਕ ਹੈ ਨਾ ਆਪਣੀ ਆਭਾ ਚਮਕਾਉਣ ਦੀ ਲਾਲਸਾ ਹੈ, ਉਹ ਲਾਲਸਾ ਦਰਸਾਉਂਦੀ ਹੈ ਕਿ ਕਿਸੇ ਵੀ ਹੱਦ ਤੱਕ ਇਹ ਜਾ ਸਕਦੀ ਹੈ। ਚਲੋ ਸਭ ਇਹ ਵੀ ਆਪਣੇ ਵਿੱਚ ਆਖੀਏ ਕਿ ਬੜਾ ਹੀ ਹੈਰਾਨੀਜਨਕ ਇਹ ਸਿਲਸਿਲਾ ਹੈਗਾ ਜੀ। ਚਲੋ ਹੁਣ ਆਪਾਂ ਥੋੜ੍ਹੀ ਜਿਹੀ ਇਸ ਚੀਜ਼ ਨੂੰ ਬਦਲਦੇ ਹੋਏ ਕਿਸਾਨ ਅੰਦੋਲਨ ਵੱਲ ਆਈਏ। ਕਿਸਾਨ ਅੰਦੋਲਨ ਦਾ ਜਿਹੜਾ ਅਸਰ ਹੈ, ਪਹਿਲਾਂ ਆਪਾਂ ਨੂੰ ਸੀਗਾ ਕਿ ਹਰਿਆਣੇ ਦੇ ਵਿੱਚ ਨਹੀਂ ਲੱਗਦਾ, ਕਿਉਂਕਿ ਤੁਹਾਨੂੰ ਪਤਾ ਵੀ ਮਸਾਂ ਘਰੇ ਗੱਦੀ ਆਈ ਸੀਗੀ, ਹਾਂਜੀ, ਤੇ ਪੋਤਰਾ ਸਾਹਿਬ ਨੇ ਗੱਦੀ ਨੂੰ ਉਹ ਕਹਿੰਦੇ ਫੈਵੀਕਵਿਕ ਕੀ ਤਰ੍ਹਾਂ ਚਿੰਬੜ ਗਏ। ਹੁਣ ਉਹ ਫੈਵੀਕਵਿਕ ਦਾ ਅਸਰ ਘੱਟ ਹੋਇਆ ਕਿ ਨਹੀਂ ਹੋਇਆ? ਦੇਖੋ, ਸਾਂਝੇ ਕਿਸਾਨ ਸੰਘਰਸ਼ ਮੋਰਚੇ ਨੇ ਜੀ ਇੱਕ ਸੱਦਾ ਦਿੱਤਾ ਹੈ। ਸੱਦਾ ਉਹਨਾਂ ਨੇ ਇਹ ਦਿੱਤਾ ਕਿ ਜਿੰਨੇ ਵੀ MLA ਹੈ ਜੀ ਭਾਰਤੀ ਜਨਤਾ ਪਾਰਟੀ ਦੇ ਹੋਣ, ਚਾਹੇ ਉਹ ਹੁਣ ਇੰਡੀਅਨ ਨੈਸ਼ਨਲ ਲੋਕ ਦਲ ਦੇ ਤਾਂ ਇਕੱਲਾ ਹੀ ਸੀ, ਛੱਡ ਹੀ ਗਿਆ, ਜੀ ਇੰਡੀਪੈਂਡੈਂਟ ਹੋਣ ਜਾਂ JJP ਦੇ ਹੋਣ, ਜੀ ਲੋਕਾਂ ਨੂੰ ਕਹਿ ਕੇ ਤੁਸੀਂ ਇਹਨਾਂ ਦੇ ਉੱਤੇ ਪ੍ਰੈਸ਼ਰ ਬਿਲਡ ਕਰੋ। ਅੱਛਾ ਜੀ, ਕਿ ਇਹ ਲੋਕ ਜਿਹੜੇ ਕਿਸਾਨਾਂ ਦੇ ਨਾਲ ਖੜਨ। ਔਰ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੂੰ ਡੀਸਟੇਬਲਾਈਜ਼ ਕਰਨ ਵਾਸਤੇ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਹੈ। ਜੀ, ਸੱਦਾ ਦੇਣ ਦੀ ਲੋੜ ਕਿਉਂ ਪਈ? ਉਹ ਇਸ ਕਰਕੇ ਪੈ ਗਈ ਕਿ ਕਾਂਗਰਸ ਪਾਰਟੀ ਨੇ ਜੀ ਨੋ ਕੌਨਫੀਡੈਂਸ ਮੋਸ਼ਨ ਲੈ ਆਂਦਾ ਇਹਨਾਂ ਦੇ ਖਿਲਾਫ। ਅੱਛਾ ਜੀ, ਮਨੋਹਰ ਲਾਲ ਖੱਟਰ ਦੇ ਖਿਲਾਫ। ਨੋ ਕੌਨਫੀਡੈਂਸ ਮੋਸ਼ਨ ਦਾ ਨੋਟਿਸ ਉਹਨਾਂ ਨੇ ਪਹਿਲਾਂ ਸਪੀਕਰ ਸਾਹਿਬ ਨੂੰ ਦਿੱਤਾ ਸੀ, ਤੇ ਸਪੀਕਰ ਨੇ ਹੁਣ ਉਹਦੇ ਰੱਖਿਆ ਹੈ 10 ਮਾਰਚ ਕੱਲ ਨੂੰ ਉਹਨਾਂ ਨੇ ਰੱਖਿਆ ਕਿ ਕੱਲ ਨੂੰ ਇਹਦੇ ਤੇ ਬਹਿਸ ਕਰਵਾਈ ਜਾਊਗੀ। ਇਸ ਵੇਲੇ ਜੇ ਆਪਾਂ ਦੇਖੀਏ ਤੇ 90 ਮੈਂਬਰਾਂ ਦੀ ਹੈਗੀ ਹੈ ਜੀ ਵਿਧਾਨ ਸਭਾ, 90 ਦੇ ਵਿੱਚੋਂ 40 ਮੈਂਬਰ ਭਾਰਤੀ ਜਨਤਾ ਪਾਰਟੀ ਦੇ ਆਪਦੇ ਜਿੱਤੇ ਹੈ, 10 ਜਿਹੜੇ ਹੈਗੇ ਆ JJP ਦੇ, 7 ਇੰਡੀਪੈਂਡੈਂਟ ਹੈ, ਇੱਕ ਜਿਹੜਾ ਇੰਡੀਅਨ ਨੈਸ਼ਨਲ ਲੋਕ ਦਲ ਦਾ ਸੀ ਉਹ ਅਸਤੀਫਾ ਦੇ ਗਿਆ, ਬਾਕੀ ਹੈਗੇ ਕਾਂਗਰਸ ਦੇ। ਹੁਣ ਇੱਥੇ ਜੇ ਦੇਖੀਏ ਆਪਾਂ ਸਰਕਾਰ ਨੂੰ ਜਿੰਦਾ ਰੱਖਣ ਲਈ 46 ਮੈਂਬਰਾਂ ਦੀ ਲੋੜ ਹੈ, ਪਰ ਜੇ JJP ਵਾਲੇ ਤੇ ਇੰਡੀਪੈਂਡੈਂਟ ਮੈਂਬਰ ਆਪਣੀ ਹਮਾਇਤ ਵਾਪਸ ਲੈ ਲੈਂਦੇ ਤਾਂ ਸਰਕਾਰ ਖਤਰੇ ਗਈ, ਉਹ ਤਾਂ ਉੱਡ ਗਈ। ਜਿਹੜੇ ਇੰਡੀਪੈਂਡੈਂਟ ਮੈਂਬਰ ਆ ਉਹਨਾਂ ਦੇ ਵਿੱਚੋਂ 2 ਮੈਂਬਰ ਪਹਿਲਾਂ ਹੀ ਕਿਸਾਨ ਅੰਦੋਲਨ ਦੇ ਨਾਲ ਚਲੇ ਗਏ, ਉਹ ਵਿਰੋਧ ਦੇ ਵਿੱਚ ਖੜ ਗਏ, ਉਹਨਾਂ ਨੇ ਆਪਣੀ ਹਮਾਇਤ ਵਾਪਸ ਲੈ ਲਈ, ਉਹਨਾਂ ਨੇ ਕਰਨੀ ਨਹੀਂ। JJP ਦੀ ਹਾਲਤ ਇਹ ਹੈ ਕਿ JJP ਦਾ ਜਿਹੜਾ ਡਿਪਟੀ ਮੁੱਖ ਮੰਤਰੀ ਬਣਾਇਆ ਵਾ ਮਿਸਟਰ ਦੁਸ਼ਯੰਤ ਸਿੰਘ ਚੌਟਾਲਾ, ਇਹ ਗੱਲ ਤੁਹਾਡੀ ਠੀਕ ਹੈ, ਉਹਨੇ ਤਾਂ ਕਿਹੜਾ ਮੇਰਾ ਖਿਆਲ ਹੈ ਵੀ ਆਪਦੀ ਮਾਂ ਵੀ ਉਹਦੀ ਮੈਂਬਰ ਹੈ ਨਾ, ਜੀ MLA, ਉਹਨੂੰ ਕਹਤਾ ਵੀ ਮੈਂ ਫੈਵੀਕੁੱਕ ਤਾਂ ਮਾਂ ਮਹਿਲਾ ਲਈ ਤੇ ਰੱਸੇ ਨਾਲ ਤੂੰ ਬੰਨ ਦੇ ਕੁਰਸੀ ਕਿਤੇ ਹੱਲ ਨਾ ਜਾਵੇ, ਉਹਨੇ ਰੱਸੇ ਪੂਰੇ ਬਣਾ ਲਏ। ਪਰ ਜਿਹੜੇ ਨਾਲ MLA ਜਿਹੜੇ ਹੈਗੇ ਜੀ, ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਅਗਾਂਹ ਨੂੰ ਅਸੀਂ ਤਾਂ ਕੀ ਸਾਡੀਆਂ ਨਸਲਾਂ ਨੂੰ ਵੀ ਲੋਕਾਂ ਨੇ ਜਿੱਤਦੇ, ਨਾ ਬਖਸ਼ਦਾ ਨਹੀਂ ਜੀ। ਤੇ ਜਿਸ ਕਿਸਮ ਦਾ ਹਰਿਆਣੇ ਦੇ ਵਿੱਚ ਪਹਿਲਾਂ ਤਾਂ ਮਨੋਹਰ ਲਾਲ ਖੱਟਰ ਕਹਿੰਦੇ ਸੀ ਜੀ ਅੰਦੋਲਨ ਤਾਂ ਹਰਿਆਣੇ 'ਚ ਤਾਂ ਹੈ ਹੀ ਨਹੀਂ, ਇਹ ਅੰਦੋਲਨ ਤਾਂ ਜਿਹੜਾ ਪੰਜਾਬ ਵਾਲਿਆਂ ਨੇ ਕੀਤਾ, ਤੇ ਇਹਨਾਂ ਨੂੰ ਜਿਹੜਾ ਉਤੇਜਿਤ ਕਰਦਾ ਕੈਪਟਨ ਅਮਰਿੰਦਰ ਸਿੰਘ ਕਰਦਾ। ਤੇ ਅਮਰਿੰਦਰ ਨੇ ਫਿਰ ਤੁਹਾਡੇ ਯਾਦ ਹੋਣਾ ਦਿੱਲੀ ਜਿਹੜੇ ਬੰਦੇ ਬੈਠੇ ਸੀ, ਉਹ ਕਹਿੰਦਾ ਮੇਰੀਆਂ ਰਿਪੋਰਟਾਂ ਦੱਸਦੀਆਂ ਕਿ 50,000 ਬੰਦਾ ਉਹਨਾਂ ਤੁਹਾਡਾ ਹੈ ਹਰਿਆਣੇ ਦਾ, ਔਰ ਜਿਹੜਾ ਲੀਡਰ ਹੈ ਉਹਦਾ ਨਾਂ ਹੈ ਗੁਰਨਾਮ ਸਿੰਘ ਚੜੂਲੀ ਜੀ, ਨੇ ਸਾਰੇ ਉਹ ਤੁਹਾਡੇ ਬੈਰੀਕੇਡ ਤੜਵਾਏ। ਤੁਸੀਂ ਸਾਡੇ ਤੇ ਇਲਜ਼ਾਮ ਕਿਉਂ? ਦੋਨਾਂ ਮੁੱਖ ਮੰਤਰੀਆਂ ਦੀ ਚੁਣ ਚਰਚਾ ਵੀ ਹੋਈ ਸੀ, ਉਹਦਾ ਰੰਗ ਫਿਰ ਮਨੋਹਰ ਲਾਲ ਖੱਟਰ ਨੂੰ ਉਦੋਂ ਵੇਖਣ ਨੂੰ ਮਿਲਿਆ ਜਦੋਂ ਲੋਕਾਂ ਨੇ ਹੈਲੀਕਾਪਟਰ ਨਹੀਂ ਉਤਰ ਦਿੱਤਾ, ਮੰਚ ਪੱਟਦਾ ਸੀ। ਤੇ ਦੁਸ਼ਯੰਤ ਸਿੰਘ ਚੌਟਾਲਾ ਨੂੰ ਵੀ ਇਹ ਪਤਾ ਕਿ ਉਹਨੂੰ ਕਦੇ ਤੱਕ ਜਿਹੜਾ ਇਹ ਹੈਲੀਕਾਪਟਰ ਤੇ ਆਉਂਦਾ ਪ੍ਰੋਗਰਾਮ ਦਾ ਲੋਕ ਉਹ ਪੱਟ ਦਿੰਦੇ, ਫਿਰ ਉਹ ਬਣਾਉਂਦੇ ਆ ਵੀ ਵਾਇਰ ਰੋਡ ਆਊਗਾ ਪ੍ਰੋਗਰਾਮ, ਉਹ ਵੀ ਕੈਂਸਲ ਕਰਨੇ। ਮਤਲਬ ਪਿਛਲੇ ਦਿਨਾਂ 'ਚ ਤੈਅ ਹੋਇਆ ਕਿ ਉਹ ਸਿਰਸੇ ਆਪਣੀ ਕੋਠੀ 'ਚ ਆ ਗਿਆ, ਕਿਸਾਨਾਂ ਨੂੰ ਪਤਾ ਲੱਗ ਗਿਆ, ਸ਼ਹੀਦ ਭਗਤ ਸਿੰਘ ਚੌਕ ਦੇ ਵਿੱਚ ਬੈਠੇ ਮੈਦਾਨ 'ਚ ਬੈਠੇ ਸੀ ਕਿਸਾਨ, ਤੁਰ ਪਏ ਜੀ ਉਧਰ ਨੂੰ। ਪੁਲਿਸ ਨੇ ਬੜੀ ਮੁਸ਼ਕਿਲ ਦੇ ਨਾਲ ਕਿਸਾਨਾਂ ਨੂੰ ਰੋਕ ਕੇ ਉਹਨੂੰ ਕਿਹਾ ਵੀ ਆ ਗਏ। ਉਹ ਜਿਵੇਂ ਆ ਗਏ ਹੁੰਦੇ ਤੇ ਆਪਦਾ ਘਰ ਛੱਡ ਕੇ ਪਿਛਲੇ ਦਰਵਾਜ਼ੇ ਭੱਜ ਗਿਆ ਸੀ। ਇਹੀ ਹਾਲਤ ਜਿਹੜੇ ਹੈਗੇ ਆ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ, ਉਹ ਹੈ ਜਿੱਤੇ ਤਾਂ ਇੰਡੀਪੈਂਡੈਂਟ ਹੈ,
ਪਰ ਹੈ ਉਹ ਵੀ ਮੰਤਰੀ, ਚਾਚਾ ਹੀ ਲੱਗਦਾ ਇਹਦਾ। ਚਾਚਾ ਲੱਗਦਾ ਹੈ। ਹਾਲਤ ਉਹਦੀ ਵੀ ਉਹੀ ਹੋਈ। ਦਾਦਾ ਲੱਗਦਾ। ਦਾਦਾ ਲੱਗਦਾ, ਹਾਂ ਦਾਦੇ ਦਾ ਭਰਾ ਹੈ। ਹਾਲਤ ਉਹਦੀ ਵੀ ਉਹੀ ਹੋ ਗਈ। ਇਹ ਜਿਹੜੀ ਹਾਲਤ ਹੈ, ਇਸ ਹਾਲਤ ਤੋਂ ਪਤਾ ਲੱਗਦਾ ਕਿ ਜਿਹੜੇ ਹੈਗੇ ਉੱਥੋਂ ਦੇ ਜਿਹੜੇ ਕਿਸਾਨ ਹੈ ਉਹ ਕਿੰਨੇ ਜ਼ਿਆਦਾ ਜਿਹੜੇ ਹੈਗੇ ਉਤੇਜਿਤ ਹੈ, ਤੇ ਐਮਐਲਏ ਡਰੇ ਹੋਏ ਹੈ। ਹਾਂ, ਐਮਐਲਏ ਨੂੰ ਇਹ ਵੀ ਸਾਡਾ ਤਾਂ ਕਾਹਨੂੰ ਕੁਝ ਬੱਟਾ ਨਹੀਂ। ਇਹ ਤਾਂ ਨੋਟ ਕਮਾ ਗਏ। ਚਲੋ ਆਪਾਂ ਇਹ ਨਾ ਕਹੀਏ ਨੋਟ ਨਾ ਕਮਾਏ ਕਰ ਲੋ, ਗੱਲ ਤਾਂ ਇੱਕੋ ਹੀ ਹੁੰਦੀ ਹੈ ਜੀ। ਪੋਜੀਸ਼ਨ ਕਮਾ ਲਈ ਉਹਨਾਂ ਕੋਲੇ। ਰਾਜ ਭਾਗ ਦਾ ਜਿਹੜੇ ਸਲੂਟ ਵੱਜਦੇ ਆ ਨਾ ਜੀ, ਉਹ ਸਲੂਟਾਂ ਦਾ ਜਿਹੜਾ ਹੈਗਾ ਨਸ਼ਾ ਹੀ ਅਵੱਲਾ ਹੁੰਦਾ ਹੈ। ਉਹ ਅਵੱਲਾ ਨਸ਼ਾ ਹੱਲਣ ਨਹੀਂ ਦਿੰਦਾ। ਪਰ ਹੁਣ ਜਿਵੇਂ ਜਿਵੇਂ ਪ੍ਰੈਸ਼ਰ ਵੱਧ ਰਿਹਾ ਹੈ ਜੀ, ਮੇਰੇ ਕੋਲ ਤਾਂ ਰਿਪੋਰਟ ਹੈ ਕਿ ਜਿਹੜਾ ਕੱਲ ਟਿੱਕਰੀ ਦੇ ਬਾਰਡਰ ਦੇ ਉੱਤੇ ਬੀਬੀਆਂ ਦਾ ਇਕੱਠ ਹੋਇਆ ਜੀ, ਜਿੱਥੇ ਟੋਟਲ ਕੰਟਰੋਲ ਜਿਹੜਾ ਹੈਗਾ ਇਸਤਰੀ ਦਿਵਸ ਦੇ ਉੱਤੇ ਸਾਰੇ ਦਾ ਸਾਰਾ ਕੰਟਰੋਲ ਕੱਲ ਬੀਬੀਆਂ ਕੋਲੇ ਸੀ। ਲੀਡਰ ਵੀ ਉਹ, ਭਾਸ਼ਣਕਾਰ ਵੀ ਉਹ, ਮੰਚ ਸੰਚਾਲਨ ਵੀ ਉਹਨਾਂ ਦੇ ਕੋਲੇ, ਲੰਗਰ ਪਾਣੀ ਵੀ ਉਹਨਾਂ ਨੇ ਬਣਾਉਣਾ, ਤੇ ਵਲੰਟੀਅਰ ਡਿਊਟੀ ਵੀ ਉਹਨਾਂ ਨੇ ਦੇਣੀ। ਅੱਛਾ, ਕਿੰਨੇ ਬੰਦੇ ਆ? ਇਹਦਾ ਮਤਲਬ ਵੀ ਪੂਰੀ ਬ੍ਰਿਗੇਡ ਤਿਆਰ ਹੋ ਗਈ। ਪੂਰੀ ਬ੍ਰਿਗੇਡ ਤਿਆਰ ਹੋ ਗਈ। 70,000 ਬੀਬੀਆਂ ਦਾ ਇਕੱਠ ਸੀ। ਦੱਸੋ। ਔਰ ਇਹਦੇ ਨਾਲ ਅਗਲੀ ਗੱਲ ਕਿ ਜਿਹੜੀਆਂ ਬੀਬੀਆਂ ਸੀ, ਇਹਨਾਂ ਬੀਬੀਆਂ ਦੇ ਵਿੱਚ ਆਈਆਂ ਸੀ ਦੱਖਣ ਦੇ ਵਿੱਚੋਂ ਵੀ, ਉਹ ਸਿਰਫ ਨੁਮਾਇੰਦਗੀ ਵਾਸਤੇ। ਕਰਨਾਟਕਾ ਚੋਂ, ਕੇਰਲਾ ਚੋਂ, ਆਂਧਰਾ ਪ੍ਰਦੇਸ਼ ਚੋਂ, ਤੇਲੰਗਾਨਾ ਚੋਂ, ਬਾਕੀ ਸਾਡੇ ਜਿਹੜੇ ਹੈਗੇ ਉੱਤਰੀ ਰਾਜ, ਬਿਹਾਰ, ਯੂਪੀ ਤਾਂ ਤੁਹਾਨੂੰ ਪਤਾ ਨਮਾਇਆ ਉਹਦਾ ਹਿੱਸਾ ਹੈਗਾ ਹੀ ਹੈਗਾ। ਔਰ ਜੇ ਅਸੀਂ ਖੇਤਰਫਲ ਦੇ ਲਿਹਾਜ਼ ਨਾਲ ਦੇਖੀਏ ਜੀ, ਆਪਾਂ ਨੂੰ ਵੇਖਣ ਨੂੰ ਲੱਗਦਾ ਕਿ ਪੰਜਾਬ ਦਾ ਇਕੱਠ ਬਹੁਤ ਜ਼ਿਆਦਾ ਹੈ, ਪੰਜਾਬ ਦੀਆਂ ਬੀਬੀਆਂ ਬਹੁਤ ਜ਼ਿਆਦਾ ਹੈ ਜੀ। ਪਰ ਜਿੰਨੀ ਕਿ ਜੇ ਆਪਾਂ ਦੇਖੀਏ, ਪੰਜਾਬ ਹੈਗਾ 60% ਜੀ, ਹਰਿਆਣਾ 40% ਦੀ ਵੰਡ ਚ। ਜੇ ਵੰਡ ਦੇ ਲਿਹਾਜ਼ ਨਾਲ ਆਪਾਂ ਦੇਖੀਏ ਤਾਂ ਹਰਿਆਣੇ ਦੀਆਂ ਬੀਬੀਆਂ ਦਾ ਵੀ ਇਕੱਠ ਸਾਡੇ ਨਾਲੋਂ ਵੱਧ ਸੀ। ਔਰ ਹਰਿਆਣੇ ਦੀਆਂ ਬੀਬੀਆਂ ਟਰੈਕਟਰ ਚਲਾ ਕੇ ਆਏਗੇ ਤੇ ਕੱਲ ਉਹਨਾਂ ਨੇ ਘੁੰਗੜ ਸੇ ਬਾਹਰ ਆ ਗਏ। ਹਾਂਜੀ, ਕੱਲ ਫਿਰ ਉਹਨਾਂ ਬੀਬੀਆਂ ਨੇ ਕਹਿੰਦੇ ਜੀ ਉੱਥੋਂ ਹੀ ਕਮਰ ਕਸੇ ਕੱਸ ਲਏ। ਅੱਛਾ ਜੀ। ਤੇ ਕਮਰ ਕਸੇ ਕਰਕੇ ਆਪੋ ਆਪਣੇ ਹਲਕਿਆਂ ਦੇ ਵਿੱਚ ਐਮਐਲਏ ਦੇ ਘਰੇ ਪਹੁੰਚ ਗਈਆਂ। ਅੱਛਾ, ਵਾਹ, ਕੀ ਬਾਤ ਹੈ। ਐਮਐਲਏ ਦੀਆਂ ਬੀਬੀਆਂ ਨੂੰ ਜਾ ਕੇ ਦੱਸਤਾ ਵੀ ਭਾਈ ਫਿਰ ਇਹ ਤੁਸੀਂ ਦੇਖ ਲਓ, ਤੁਹਾਡਾ ਐਮਐਲਏ ਸਾਹਿਬ ਕਿਤੇ ਪਿੰਡ ਦੇ ਬਾਹਰ ਹੀ ਨਾ ਖੜਾ ਰਹੇ, ਪਿੰਡਾਂ 'ਚ ਨਹੀਂ ਵੜਨ ਦੇਵਾਂਗੇ। ਉਧਰੋਂ ਅਬੇ ਸਿੰਘ ਚੌਟਾਲਾ, ਕਿਉਂਕਿ ਉਹ ਜ਼ਖਮੀ ਸ਼ੇਰ ਹੈ, ਭਤੀਜਾ ਅੱਗੇ ਲੰਘ ਗਿਆ, ਉਹਨੇ ਇੱਥੋਂ ਇਹ ਜਿਹੜੇ ਹੈਗੇ ਲੋਕਲ ਕਿਸਾਨਾਂ ਦੇ ਨਾਲ ਮਿਲ ਕੇ ਪਿੰਡਾਂ ਦੇ ਬਾਹਰ ਲਵਾਤੇ ਬੋਰਡ ਕਿ ਜੇਜੇਪੀ ਦਾ ਤੇ ਬੀਜੇਪੀ ਦਾ ਕੋਈ ਲੀਡਰ ਪਿੰਡ 'ਚ ਵੜਨ ਦੀ ਜ਼ਰੂਰਤ ਨਾ ਕਰੇ। ਹਾਲਾਤ ਇਹ ਬਣੇ ਪਏ, ਐਮਐਲਏ ਇਸ ਵੇਲੇ ਬੜੇ ਡਰੇ ਹੋਏ ਆ। ਔਰ ਇਸ ਡਰ ਦੇ ਵਿੱਚੋਂ ਮੈਨੂੰ ਇਹ ਲੱਗਦੀ ਹੈ ਕਿ ਕ੍ਰਾਸ ਵੋਟਿੰਗ ਹੋ ਸਕਦੀ ਹੈ। ਇਸ ਵੇਲੇ ਸਰਕਾਰ ਜਿਹੜੀ ਹੈਗੀ ਉਹ ਡਾਮਾਡੋਲ ਹੈ, ਕਾਫੀ ਡਾਮਾਡੋਲ ਹੈ। ਤੇ ਇਹ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹ ਜਿਹੜੀ ਡਾਮਾਡੋਲ ਹੋਈ ਹੈ, ਇਹਦੇ ਉੱਤੇ ਜਿਹੜਾ ਅਸਰ ਹੈ ਉਹ ਕਿਸਾਨ ਅੰਦੋਲਨ ਦਾ ਤਾਂ ਹੈ ਜੀ। ਜਿਹੜਾ ਕਹਿੰਦੇ ਸੀ ਨਾ ਕਿਸਾਨ ਅੰਦੋਲਨ ਹੈ ਨਹੀਂ, ਕਿਸਾਨ ਅੰਦੋਲਨ ਦਾ ਅਸਰ ਤਾਂ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਅੱਜ ਸਰਵੇਖਣ ਹੈ, ਉਹ ਸਰਵੇਖਣ ਦੱਸੀ ਜਾਂਦਾ ਵੀ ਬੰਗਾਲ ਦੇ ਵਿੱਚ ਤਾਂ ਸਰਕਾਰ ਬਣਾ ਰਹੀ ਹੈ ਮਮਤਾ ਬੈਨਰਜੀ। ਅੱਛਾ ਜੀ। ਹਾਲਾਂਕਿ ਕੱਲ ਹੀ 5 ਬੰਦੇ ਉਦੋਂ ਟੁੱਟ ਕੇ ਗਏ, ਐਮਐਲਏ ਹੋਰ ਉਧਰ ਉਹ ਨਾਲ ਟੁੱਟ ਕੇ ਗਏ, ਲੇਕਿਨ ਲੋਕਾਂ ਦੇ ਵਿੱਚ ਅਜੇ ਤੱਕ ਵੀ ਉਹਦੀ ਪਪੂਲੈਰਿਟੀ ਉੱਥੇ ਖੜੋਤੀ ਹੈ। ਜਿੱਥੋਂ ਤੱਕ ਤੁਹਾਡਾ ਹੈਗਾ ਤਾਮਿਲਨਾਡੂ ਦਾ ਸਵਾਲ, ਤਾਮਿਲਨਾਡੂ ਦੇ ਵਿੱਚ ਵੀ ਯੂਪੀਏ ਦੀ ਸਰਕਾਰ ਬਣ ਰਹੀ ਹੈ। ਅੱਛਾ ਜੀ। ਪੌਂਡੀਚੇਰੀ ਦੇ ਵਿੱਚ ਜ਼ਰੂਰ ਇਹ ਆ ਰਿਹਾ, ਤੇ ਅਸਾਮ ਦੀ ਤਾਂ ਹਾਲਤ ਅੱਜ ਇਹ ਹੋ ਗਈ ਕਿ ਇੱਕ ਵਜ਼ੀਰ ਅਸਤੀਫਾ ਦੇ ਕੇ ਭੱਜ ਗਿਆ ਇਹਨਾਂ ਦਾ। ਓਕੇ, ਉਹ ਕਾਂਗਰਸ ਜੁਆਇਨ ਕਰ ਗਿਆ। ਇਹਨਾਂ ਹਾਲਤਾਂ ਦੇ ਵਿੱਚ ਮਤਲਬ ਜਿਹੜਾ ਹੈਗਾ ਕਿਸਾਨ ਅੰਦੋਲਨ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਤੇ ਹੁਣ ਇਹ ਤੋਂ ਬਾਅਦ ਇਹੀ ਅਸੀਂ ਕਹਿੰਦੇ ਸੀ ਕਿ 5 ਰਾਜਾਂ ਦੀਆਂ ਚੋਣਾਂ ਆਉਣ ਦਿਓ, ਫਿਰ ਪਤਾ ਲੱਗੂਗਾ। ਇਹੀ ਕਾਰਨ ਹੈ ਨਾ, ਹਜੇ ਤਾਂ ਗੱਲਬਾਤ ਵੀ ਨਹੀਂ ਛਿੜੀ ਉੱਤੇ। ਇਹਦਾ ਉੱਧਰ ਵੋਟਾਂ 'ਚ ਹੀ ਫਿਰਦੇ ਤੇ ਕਿਸਾਨਾਂ ਨੂੰ ਇਗਨੋਰ ਕੀਤਾ ਹੋਇਆ। ਪਰ ਕਿਸਾਨ ਕਹਿੰਦੇ ਕੋਈ ਨਹੀਂ, ਅਸੀਂ ਗੱਲਬਾਤ ਕਰਕੇ ਕੀ ਲੈਣਾ, ਅਸੀਂ ਵੀ ਵੋਟਾਂ ਪਵਾ ਹੀ ਆਈਏ ਨਾ। ਜਾਂ ਫਿਰ ਇਹ ਕਿਸਾਨਾਂ ਨੂੰ ਪਾਉਣੀਆਂ ਪੈ ਰਹੀਆਂ। ਜੇ ਕਿਸਾਨਾਂ ਨੇ ਪਹਿਲਾਂ ਫੈਸਲਾ ਕੀਤਾ ਸੀ ਕਿ ਅਸੀਂ ਰਾਜਨੀਤਿਕ ਸਲੋਗਨਾਂ ਤੋਂ ਬਚਾਂਗੇ, ਜੇ ਉਹਨਾਂ ਨੂੰ ਰਾਜਨੀਤਿਕ ਸਲੋਗਨ ਦੇਣੇ ਪੈ ਰਹੇ ਤਾਂ ਫਿਰ ਇਸੇ ਕਰਕੇ ਉਹਨਾਂ ਨੇ ਕਿਹਾ ਵੋਟ ਤੇ ਲਗਾਓ ਚੋਟ। ਜੀ ਜੀ। ਜਿਹੜੀ ਵੋਟ ਵਾਲੀ ਚੋਟ ਹੈ ਨਾ, ਕਿ ਹੋਰ ਕੋਈ ਲੈਂਗੁਏਜ ਸਮਝਦੇ ਨਹੀਂ। ਐਡੇ ਐਡੇ ਪ੍ਰੋਟੈਸਟ ਹੋ ਗਏ, ਲੱਖਾਂ ਲੋਕ ਉੱਥੇ ਬੈਠੇ ਹੈ, ਉਹਨਾਂ ਲੋਕਾਂ ਨੂੰ ਤੁਸੀਂ ਟਿਚ ਕਰਕੇ ਜਾਣਦੇ ਹੋ। ਉਹਨਾਂ ਨੇ ਫਿਰ ਉਹ ਜਿਹੜੀ ਆਪਣੇ ਪੰਜਾਬੀ 'ਚ ਕਹਿੰਦੇ ਨੇ ਦੁੱਖ ਦੀ ਰਗ, ਵੀ ਦੁੱਖ ਦੀ ਰਗ ਤੇ ਹੱਥ ਲਾਓ, ਫਿਰ ਬੰਦੇ ਨੂੰ ਪਤਾ ਲੱਗਦਾ ਜੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਖਬਰਾਂ ਦਾ ਸਿਲਸਿਲਾ ਹਰ ਜ਼ਿਲ੍ਹੇ ਤੋਂ ਸਾਡੇ ਪੱਤਰਕਾਰ ਸਾਹਿਬਾਨ ਜੁੜਨਗੇ। ਸੋ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।